ਪੁਲਿਸ ਮਹਿਕਮੇ 'ਚ ਤੁਸੀਂ ਵੀ ਲੰਮਾ ਸਮਾਂ ਕੰਮ ਕੀਤਾ, ਚੋਰੀ ਕਰਕੇ ਵੀ ਹਰ ਕੋਈ ਕਹਿੰਦਾ ਕਿ ਮੈਂ ਤਾਂ ਸਾਫ਼ ਸੁਥਰਾ। ਮੈਂ ਆਪਣੇ ਬਾਰੇ ਕਹਾਂ ਕਿ ਮੈਂ ਉਹ ਚੋਰੀਆਂ ਵੀ ਅਸੀਂ ਮੰਨਦੇ ਜਿਹੜੀ ਅਸੀਂ ਕੀਤੀਆਂ ਨਹੀਂ ਹੋਈਆਂ। ਆਮ ਤੌਰ 'ਤੇ ਕਹਿਣਾ ਹੁੰਦਾ ਵੀ ਅਸੀਂ ਗੁਨਾਹ ਕਰ ਰਹੇ ਹਾਂ ਕਿਉਂਕਿ ਸਟੇਟ ਸਾਡੇ ਸਾਹਮਣੇ ਬਰਬਾਦ ਹੋਈ ਹੈ। ਤੁਹਾਡੇ ਵਰਗੇ ਯੰਗ ਮੁੰਡੇ ਜਿਹੜੇ ਹੈਗੇ ਆ ਜਰਨਲਿਜ਼ਮ 'ਚ ਆਏ ਹੋਏ ਚੋਰਾਂ ਬਾਰੇ ਪੁੱਛਦੇ ਆ, ਥੋੜ੍ਹੀਆਂ ਕੀਤੀਆਂ ਹੋਈਆਂ ਚੋਰੀਆਂ ਬਾਰੇ ਪੁੱਛ ਰਹੇ, ਨਾ ਕਿ ਤੁਹਾਡੀਆਂ ਪ੍ਰਾਪਤੀਆਂ ਬਾਰੇ ਵੀ ਤੁਸੀਂ 30 32 ਸਾਲ ਨੌਕਰੀਆਂ ਕੀਤੀਆਂ, ਕੀ ਕੰਮ ਕੀਤਾ। ਜੇ ਥੋੜੀ ਚੋਰੀਆਂ ਦੇ ਸਵਾਲ ਹੈਗੇ ਤਾਂ ਫਿਰ ਤੁਸੀਂ ਕਹੋ ਮੈਂ ਚੋਰ ਨਹੀਂ। ਤੁਹਾਨੂੰ ਚੋਰ ਨਾ ਹੋਣ ਦੇ ਬਾਵਜੂਦ ਵੀ ਮੰਨਣਾ ਪਊਗਾ। ਇਮਾਨਦਾਰ ਹੋਣ ਦਾ ਮਤਲਬ ਇਹ ਨਹੀਂ ਕਿ ਪੈਸੇ ਨਾ ਲੈਣਾ। ਇੱਥੇ ਮੈਂ ਬਹੁਤ ਐਸੇ ਅਫਸਰਾਂ ਨੂੰ ਜਾਣਦਾ ਜਿਨ੍ਹਾਂ ਦੇ ਬਾਪ ਦਾਦਿਆਂ ਨੇ ਪਤਾ ਨਹੀਂ ਕਿੰਨੀਆਂ ਵੱਡੀਆਂ ਲੁੱਟਾਂ ਖੋਹਾਂ ਕੀਤੀਆਂ ਹੋਈਆਂ, ਤਾਂ ਜੋ ਇਮਾਨਦਾਰ ਕਹੇ ਜਾਂਦੇ ਆ। ਲੁਧਿਆਣਾ ਕੋਰਟ ਦੇ ਵਿੱਚ ਗਵਾਹੀਆਂ ਪੈ ਰਹੀਆਂ ਨੇ, ਨਾ ਤਾਂ ਤੁਹਾਨੂੰ ਨਵਜੋਤ ਸਿੰਘ ਸਿੱਧੂ ਦੀ ਗਵਾਹੀ ਠੀਕ ਲੱਗੀ। ਝੂਠ ਨਾਲ ਤਸੱਲੀ ਕਿਵੇਂ ਹੋ ਜਾਵੇ? ਇਹ ਮਿਸਟਰ ਵੇਣੂ ਪ੍ਰਸ਼ਾਦ ਜਿਹੜਾ ਇਸ ਟਾਈਮ ਪ੍ਰਿੰਸੀਪਲ ਸੈਕਟਰੀ ਨਾਲ ਭਗਵੰਤ ਮਾਨ ਦੇ, ਇਹ ਉਸ ਟਾਈਮ ਦਾ ਪ੍ਰਿੰਸੀਪਲ ਸੈਕਟਰੀ ਸੀ ਲੋਕਲ ਬੋਡੀ ਦਾ, ਨਵਜੋਤ ਸਿੰਘ ਸਿੱਧੂ ਨਾਲ ਇਹਦੇ ਹੱਥੀਂ ਸਾਰਾ ਕੁਝ ਹੋਇਆ ਗਿਆ। ਗਲਤ ਕੰਮ ਇਹਨਾਂ ਨੇ ਕੀਤੇ ਹੋਏ ਆ। ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ। ਉਹ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਝੂਠ ਹੈ ਉਹ ਸਾਹਮਣੇ ਆਉਂਦਾ ਹੈ। ਉਹ ਭਾਰਤ ਭੂਸ਼ਣ ਆਸ਼ੂ ਹੋਰਾਂ ਦੀਆਂ ਜਿਹੜੀਆਂ ਠੱਗੀਆਂ ਸਾਹਮਣੇ ਆਉਂਦੀਆਂ। ਹਾਂ, ਮੈਂ ਪੋਲੀਟੀਸ਼ੀਅਨ ਨੂੰ 15 ਪੈਸੇ ਦਾ ਕਰਪਟ ਗਿਣਦਾ ਹੁੰਦਾ। 75 ਪੈਸੇ ਤਾਂ ਇਹਨਾਂ ਨੇ ਖਾਧੇ ਹੋਏ ਆ। ਜਿੱਥੇ ਅਫਸਰ ਫਸਦਾ ਉੱਥੇ ਜਾ ਕੇ ਫਿਰ ਸਾਰੇ ਕਾਨੂੰਨ ਜਿਹੜੇ ਆ ਠੰਡੇ ਹੋ ਜਾਂਦੇ। ਤੁਹਾਨੂੰ ਵੀ ਲੱਗਦਾ ਹੋਊਗਾ ਕਿ ਮੈਂ ਕਿਤੇ ਜ਼ਿਆਦਾ ਤਾਂ ਨਹੀਂ ਬੋਲ ਰਿਹਾ ਲੋੜ ਤੋਂ? ਦੇਖੋ, ਇੰਨੀ ਹਿੰਮਤ ਕਹਿਣ ਦੀ ਨਹੀਂ ਹੁੰਦੀ ਕਿਸੇ ਨੂੰ। ਮੈਨੂੰ ਤਾਂ ਹਰ ਇੱਕ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਨਾ ਮੈਨੂੰ ਆਪਣੇ ਕਿਸੇ ਬੱਚੇ ਨੂੰ ਕਿਤੇ ਮੈਂ ਕੋਈ ਐਡਜਸਟ ਕਰਾਉਣਾ, ਨਾ ਮੈਨੂੰ ਕੋਈ ਫੈਕਟਰੀ ਚਲਾਉਣੀ ਹੈ, ਨਾ ਮੇਰਾ ਕੋਈ ਬਿਜ਼ਨਸ ਹੈ। ਕਿ 1000 ਕਰੋੜ ਰੁਪਏ ਦਾ ਘਟਾਲਾ ਕੀਤਾ, 2 ਸਾਬਕਾ ਅਕਾਲੀ ਮੰਤਰੀ ਆ ਗਏ, 3 ਵੱਡੇ ਅਫਸਰ ਆ ਗਏ, ਜਿਸ ਦੇ ਵਿੱਚ KBS ਸਿੱਧੂ, ਸਰਵੇਸ਼ ਕੌਸ਼ਲ ਤੇ ਕਾਹਨ ਸਿੰਘ ਪੰਨੂ। ਤਾਂ ਆਸ਼ੀਸ਼ ਕਪੂਰ ਦੀ ਭੂਮਿਕਾ ਤੇ ਸਵਾਲ ਉੱਠ ਗਏ ਉਲਟਾ ਕਿ ਇਸ ਨੇ ਗਲਤ ਤਰੀਕੇ ਦੇ ਨਾਲ ਫਸਾਇਆ। ਸਰਕਾਰ ਨੇ ਹੁਕਮ ਦਿੱਤਾ ਸੀ ਕਿ ਤੁਹਾਨੂੰ ਠੋਕਣਾ ਹੀ ਠੋਕਣਾ। ਜਾਈ ਘਟਾਲੇ ਵਿੱਚ ਕਾਹਨ ਸਿੰਘ ਪੰਨੂ ਦੇ ਮੈਂ ਕੱਲ੍ਹ ਇੰਟਰਵਿਊ ਦੇਖ ਰਿਹਾ ਸੀ, ਤੁਹਾਡੇ ਵੱਲੋਂ ਕੀਤੀ ਹੋਈ ਹੈ। ਹੁਣ ਉਹ ਕਿੰਨਾ ਸਮਾਰਟ ਆਦਮੀ ਹੈ ਕਾਹਨ ਸਿੰਘ ਪੰਨੂ। ਕਿਤੇ ਮੈਨੂੰ ਮੌਕਾ ਮਿਲਿਆ, ਮੈਂ ਸੁਨੇਹਾ ਵੀ ਦਿੰਦਾ ਇਸ ਇੰਟਰਵਿਊ ਤੋਂ ਵੀ ਜੇ ਉਹ 'ਚ ਹਿੰਮਤ ਹੈ ਤਾਂ ਕਦੇ ਮੇਰੇ ਨਾਲ ਡਿਸਕਸ ਕਰੇ ਬੈਠ ਕੇ। ਉਹ ਤੁਹਾਨੂੰ ਵਾਰ-ਵਾਰ ਲੈ ਕੇ ਆ ਰਿਹਾ ਆਸ਼ੀਸ਼ ਕਪੂਰ ਦੇ ਮਾਮਲੇ 'ਚ ਵੀ ਬਲਾਤਕਾਰੀ ਸੀ। ਉਸ ਦਾ ਤਾਂ ਇਹਨਾਂ ਕੇਸ ਨਾਲ ਕੰਸਰਨ ਹੀ ਕੋਈ ਨਹੀਂ। ਇਹਦੇ ਕੇਸ ਦੇ ਵਿੱਚ ਤਾਂ ਜਿਹੜੀ ਸਟੇਟਮੈਂਟ ਲਿਖੀ ਹੋਈ ਹੈ ਵਰਿੰਦਰ ਬਰਾੜ ਦੀ ਲਿਖੀ ਹੋਈ ਹੈ। 2 DSP ਨੇ ਤਸਦੀਕ ਕੀਤਾ ਹੋਇਆ। ਤੁਸੀਂ ਕੋਈ ਪ੍ਰਾਪਤੀ ਦੱਸ ਦਿਓ ਆਪਣੀ, ਜੇ ਤੁਸੀਂ ਕੰਮ ਕਰਦੇ ਰਹੇ ਸੀ। ਪਬਲਿਕ ਮੀਟਿੰਗ 'ਚ ਇਕੱਠਾ ਹੋਣ ਦਾ ਮੌਕਾ ਮਿਲਿਆ ਸੀ ਮੈਨੂੰ, ਤੇ ਉੱਥੇ ਇਹਨੇ ਕਿਹਾ ਸਾਡੇ ਕੋਲ ਉਹ ਪਾਵਰ ਨਹੀਂ ਹੈਗੀ, ਉਹ ਨਹੀਂ ਮਤਲਬ ਲੀਗਲੀ FIR ਦਰਜ ਕਰਾ ਸਕਦੇ ਹੋ। ਇਸ ਤੋਂ ਵੱਡੀ ਪਾਵਰ ਤੁਹਾਨੂੰ ਹੋਰ ਕੀ ਹੋ ਸਕਦੀ ਹੈ? ਔਰ ਕਾਹਨ ਸਿੰਘ ਪੰਨੂ, KBS ਸਿੱਧੂ, ਸਰਵੇਸ਼ ਕੌਸ਼ਲ ਦੇ ਸਮੇਤ 2 ਸਾਬਕਾ ਅਕਾਲੀ ਮੰਤਰੀਆਂ ਦੇ ਵੀ ਉਹਨਾਂ ਨੇ ਨਾਮ ਲਏ। ਕੋਈ ਦਸਤਖਤ ਜਾਲੀ ਕੀਤੇ ਹੋਏ ਸੀ ਤੇ ਵਿਜੀਲੈਂਸ ਦੇ ਕੁਝ ਅਫਸਰਾਂ ਨੇ ਨਿਸ਼ਾਨਾ ਬਣਾ ਲਿਆ ਸਾਨੂੰ। ਇਹਨਾਂ ਤੇ LOC ਜਾਰੀ ਹੋਈ ਹੈ, ਬਾਹਰ ਜਾ ਨਹੀਂ ਸਕਦੇ, ਕਿਸੇ ਵੀ ਟਾਈਮ ਅਰੈਸਟ ਹੋ ਸਕਦਾ ਕਾਹਨ ਸਿੰਘ ਪੰਨੂ। ਇਹ ਗੱਲ ਕਹੇ ਕਿ ਮੈਂ ਇਨਵੈਸਟੀਗੇਸ਼ਨ ਕਰਾਊਂਗਾ, ਇਹ ਕਿਵੇਂ ਕਿਸ ਅਥਾਰਟੀ ਨਾਲ ਇਹ ਟੈਸਟ ਕਰਾ ਸਕਦਾ ਉਹਨਾਂ ਸਾਈਨਾਂ ਨੂੰ? ਪਹਿਲੀ ਗੱਲ, ਜੇ ਉਹ ਝੂਠਾ ਇਹ ਕਰਾ ਲਿਆ ਤਾਂ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕਰਾਓ। ਉਹ ਸਾਈਨ ਤਾਂ ਹੈਗੇ ਨੇ ਨਾ, ਉਹ ਤਾਂ ਨਹੀਂ ਮੁੱਕਰ ਸਕਦੇ ਸਾਡੇ ਸਾਈਨ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਦੀ ਭੂਮਿਕਾ, ਉਸਦੇ ਸਾਰੇ ਕੈਬਨਿਟ ਮੰਤਰੀਆਂ ਦੀ ਭੂਮਿਕਾ, ਵਿਰੋਧੀ ਸਿਆਸੀ ਪਾਰਟੀਆਂ ਦਾ ਬਹੁਤ ਸਵਾਲ ਚੁੱਕਦੀਆਂ ਕਿ ਇਹਨਾਂ ਨੇ ਤਾਂ ਕੋਈ ਕੱਖ ਦਾ ਕੰਮ ਕੀਤਾ ਹੀ ਨਹੀਂ ਜਦੋਂ ਦੇ ਸੱਤਾ 'ਚ ਆਏ। ਇਹਨਾਂ ਦੀ ਪ੍ਰਾਪਤੀ ਗਿਣੀ ਹੈ ਤੇ ਪ੍ਰਾਪਤੀ ਤਾਂ ਇਹ ਜਿਹੜੀਆਂ ਜਾ ਕੇ ਉੱਥੇ ਗੁਜਰਾਤ 'ਚ ਦੱਸੀ ਜਾਂਦੇ ਆ। ਹਰ ਤਰ੍ਹਾਂ ਦੀ ਕਰਪਸ਼ਨ ਜਿਹੜੀ ਇੱਥੇ ਵਧੀ ਹੋਈ ਹੈ। ਉਹ ਰਹਿੰਦਾ ਖੁੰਦਾ ਜਿਹੜੇ ਇੱਥੋਂ ਦੇ ਮੰਤਰੀ ਇਹਨਾਂ ਦਾ ਫੌਜਾ ਸਿੰਘ ਸਰਾਰੀ, ਹੋਰ ਦਾ ਹੋਰ ਇਹਨਾਂ ਦਾ ਮਤਲਬ ਦਿੱਲੀ ਵਾਲਾ ਜਿਹੜਾ ਮੰਤਰੀ ਉਹ ਤਾਂ ਜੇਲ੍ਹ 'ਚ ਬੈਠਾ ਮਲਸ਼ਾਂ ਕਰਾਈ ਜਾਂਦਾ, ਉਹ ਅਜੇ ਮੰਤਰੀ ਹੈ। ਤੇ ਫਿਰ ਉਹ ਤੋਂ ਬਾਅਦ ਮਤਲਬ ਸੋਚਣ ਦੀ ਲੋੜ ਹੀ ਨਹੀਂ ਵੀ ਫੌਜਾ ਸਿੰਘ ਸਰਾਰੀ ਨੂੰ ਕਿਉਂ ਲਾਉਣਗੇ। ਭਗਵੰਤ ਮਾਨ ਹੋਰਾਂ ਨੇ ਮਤਲਬ ਇੱਕ ਆਰਟਿਸਟ ਸੀਗੇ ਆਪਣੇ, ਉਹ ਵੀ ਮਤਲਬ ਕਾਮੇਡੀਅਨ। ਹੁਣ CM ਬਣੇ ਨੂੰ 7 ਮਹੀਨੇ ਹੋ ਗਏ। ਪਹਿਲਾਂ ਲੋਕ ਕਹਿੰਦੇ ਸੀ ਮਹੀਨਾ ਵੇਖ ਲਓ ਜੀ, 6 ਮਹੀਨੇ ਵੇਖ ਲਓ ਜੀ। ਪੰਜਾਬੀਆਂ ਨੂੰ ਬਹੁਤ ਮਾਰਾਂ ਪਈਆਂ ਨੇ, ਸਿਆਸਤਦਾਨਾਂ ਵੱਲੋਂ ਵੀ, ਅਫਸਰ ਲੌਬੀ ਵੱਲੋਂ ਵੀ। ਪਰ ਸਾਰਿਆਂ ਦੀ ਪੜਤਾਲ ਤੇ ਘੋਖ ਕਰਨੀ ਵੀ ਜ਼ਰੂਰੀ ਹੈ ਕਿ ਕਿਹਨੇ ਕਿੱਥੇ ਚੋਰ ਮੋਰੀਆਂ ਰੱਖੀਆਂ, ਡਾਕੇ ਤੱਕ ਮਾਰੇ, ਲੁੱਟਿਆ ਪੰਜਾਬੀਆਂ ਨੂੰ ਔਰ ਲੋਕਾਂ ਦੀਆਂ ਉਮੀਦਾਂ ਨੂੰ ਤੋੜਿਆ। ਇਹ ਸਾਰੇ ਪਰਦੇ ਫਾਸ਼ ਹੋਣੇ ਚਾਹੀਦੇ ਨੇ। ਕੋਸ਼ਿਸ਼ ਕਰਦੇ ਹਾਂ ਅਸੀਂ ਹਮੇਸ਼ਾ ਹੀ ਕਿ ਪਰਦੇ ਚੁੱਕੇ ਜਾਣ ਤਾਂ ਕਿ ਉਹ ਸਾਰੇ ਨੰਗੇ ਹੋ ਜਾਣ ਜਿਹੜੇ ਆਪਣੇ ਆਪ ਨੂੰ ਇਮਾਨਦਾਰ, ਕੱਟੜ ਇਮਾਨਦਾਰ ਕਹਿੰਦੇ ਨੇ। ਇਹ ਸਾਰੀਆਂ ਗੱਲਾਂ ਅੱਜ ਦੇ ਇਸ ਮੁਲਾਕਾਤ ਵਿੱਚ ਕਰਾਂਗੇ ਤੇ ਮੇਰੇ ਨਾਲ ਐਕਸ DSP ਬਲਵਿੰਦਰ ਸਿੰਘ ਸੇਖੋਂ, ਤੁਸੀਂ ਸਾਰੇ ਜਾਣਦੇ ਹੋ ਕਿ ਉਹ ਕਿਸ ਤਰੀਕੇ ਨਾਲ ਗੱਲ ਕਰਦੇ ਨੇ ਔਰ ਕਿਹੜੇ ਮੁੱਦੇ ਚੁੱਕਦੇ ਨੇ, ਸਾਡੇ ਨਾਲ ਨੇ। ਇਹਨਾਂ ਮਸਲਿਆਂ ਤੇ ਗੱਲ ਕਰਾਂਗੇ ਕਿ ਕਿਹੜੇ ਅਫਸਰਾਂ ਨੇ ਚੋਰੀਆਂ ਕੀਤੀਆਂ ਔਰ ਬਾਅਦ ਵਿੱਚ ਬਚਦੇ ਰਹੇ, ਉਹ ਬੇਨਕਾਬ ਹੋਣੇ ਚਾਹੀਦੇ ਨੇ। ਸੇਖੋਂ ਸਾਹਿਬ, ਪੰਜਾਬ ਦੇ ਅਫਸਰ ਨੇ ਜਿਹੜੇ, ਪੁਲਿਸ ਮਹਿਕਮੇ 'ਚ ਤੁਸੀਂ ਵੀ ਲੰਮਾ ਸਮਾਂ ਕੰਮ ਕੀਤਾ, ਚੋਰੀ ਕਰਕੇ ਵੀ ਹਰ ਕੋਈ ਕਹਿੰਦਾ ਕਿ ਮੈਂ ਤਾਂ ਸਾਫ਼ ਸੁਥਰਾ। ਵਜ੍ਹਾ ਕੀ ਹੈ ਕਿ ਉਹਨਾਂ ਨੂੰ ਦਬੋਚਿਆ ਕਿਉਂ ਨਹੀਂ ਜਾਂਦਾ ਸਮੇਂ ਸਿਰ 'ਤੇ? ਦੇਖੋ, ਜਿਹੜਾ ਚੋਰੀ ਕਰੂਗਾ ਤੇ ਇਹ ਕਦੇ ਵੀ ਕੋਈ ਕਹਿੰਦਾ ਨਹੀਂ ਵੀ ਮੈਂ ਚੋਰ ਹੈਗਾ। ਹਾਲਾਂਕਿ ਇੱਕ ਐਕਸੈਪਸ਼ਨ ਹੋ ਗਈ ਇੱਕ ਜਿਹੜੇ ਬੰਦੇ ਨਾਲ ਤੁਸੀਂ ਗੱਲ ਕਰ ਰਹੇ ਹੋ। ਮੈਂ ਆਪਣੇ ਬਾਰੇ ਕਹਾਂ ਕਿ ਮੈਂ ਉਹ ਚੋਰੀਆਂ ਵੀ ਅਸੀਂ ਮੰਨਦੇ ਜਿਹੜੀ ਅਸੀਂ ਕੀਤੀਆਂ ਨਹੀਂ ਹੋਈਆਂ। ਮੈਂ ਆਮ ਤੌਰ 'ਤੇ ਕਹਿਣਾ ਹੁੰਦਾ ਵੀ ਅਸੀਂ ਗੁਨਾਹ ਕਰ ਰਹੇ ਹਾਂ ਕਿਉਂਕਿ ਸਟੇਟ ਸਾਡੇ ਸਾਹਮਣੇ ਬਰਬਾਦ ਹੋਈ ਹੈ। ਅਤੇ ਕਿਸੇ ਦੀ ਇਹਨਾਂ ਦੀ ਤਾਂ ਇੰਨੀ ਹਿੰਮਤ ਵੀ ਹੈ ਨਹੀਂ ਜਿਨ੍ਹਾਂ ਬਾਰੇ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਇਹਨਾਂ ਇੱਕ ਜਿਹੜੀ ਕਲੈਕਟਿਵ ਜ਼ਿੰਮੇਵਾਰੀ ਲੈ ਲੈਣ। ਜੇ ਕੋਈ ਨੁਕਸਾਨ ਹੋਇਆ ਹੋਇਆ, ਇਹ ਲੋਕ ਅਫਸਰ ਰਹੇ ਹੈ, ਇਹਨਾਂ ਲੋਕਾਂ ਨੇ ਮਤਲਬ ਕੰਮ ਕੀਤਾ ਹੈ, ਪੋਲੀਟੀਸ਼ੀਅਨ ਦੇ ਨਾਲ ਰਲ ਕੇ ਕੀਤਾ ਜਾਂ ਜੋ ਵੀ ਇੱਕ ਪੂਰਾ ਨੈਕਸਸ ਬਣਿਆ ਹੋਇਆ ਉਹਦੇ ਮੁਤਾਬਕ। ਅਤੇ ਫਿਰ ਵੀ ਜੇ ਪੰਜਾਬ ਦੀ ਹਾਲਤ ਇਹ ਹੈ, ਜੇ ਤੁਸੀਂ ਅੱਜ
ਤੁਹਾਡੇ ਵਰਗੇ ਯੰਗ ਮੁੰਡੇ ਜਿਹੜੇ ਹੈਗੇ ਆ ਜਰਨਲਿਜ਼ਮ 'ਚ ਆਏ ਹੋਏ ਚੋਰਾਂ ਬਾਰੇ ਪੁੱਛਦੇ ਆ, ਥੋੜ੍ਹੀਆਂ ਕੀਤੀਆਂ ਹੋਈਆਂ ਚੋਰੀਆਂ ਬਾਰੇ ਪੁੱਛ ਰਹੇ, ਨਾ ਕਿ ਤੁਹਾਡੀਆਂ ਪ੍ਰਾਪਤੀਆਂ ਬਾਰੇ ਵੀ ਤੁਸੀਂ 30 32 ਸਾਲ ਨੌਕਰੀਆਂ ਕੀਤੀਆਂ, ਕੀ ਕੰਮ ਕੀਤਾ। ਉਹਦੀ ਬਜਾਏ ਜੇ ਥੋੜ੍ਹੀ ਚੋਰੀਆਂ ਦੇ ਸਵਾਲ ਹੈਗੇ ਤਾਂ ਫਿਰ ਤੁਸੀਂ ਕਹੋ ਮੈਂ ਚੋਰ ਨਹੀਂ, ਤਾਂ ਇਹ ਤਾਂ ਜਿਹੜੀ ਹੈਗੀ ਬਿਲਕੁਲ ਮੈਂ ਇਸ ਗੱਲ ਨੂੰ ਕਿਤੇ ਵੀ ਉਹ ਨਹੀਂ ਸਮਝਦਾ। ਤੁਹਾਨੂੰ ਚੋਰ ਨਾ ਹੋਣ ਦੇ ਬਾਵਜੂਦ ਵੀ ਮੰਨਣਾ ਪਊਗਾ। ਕੁਝ ਲੋਕ ਜਿਹੜੇ ਕਿ ਆਪਣੇ ਆਪ ਨੂੰ ਇਮਾਨਦਾਰੀ ਦਾ ਜਿਹੜਾ ਆਪਣੇ ਦੇ ਨਕਾਬਾਂ ਪਾ ਕੇ ਤੁਰੇ ਫਿਰਦੇ ਆ, ਉਹ ਤਾਂ ਬਿਲਕੁਲ ਵੀ ਇਮਾਨਦਾਰ ਨਹੀਂ ਹੈਗੇ। ਇਮਾਨਦਾਰ ਹੋਣ ਦਾ ਮਤਲਬ ਇਹ ਨਹੀਂ ਕਿ ਪੈਸੇ ਨਾ ਲੈਣਾ, ਪੈਸੇ ਤੋਂ ਇਲਾਵਾ ਹੋਰ ਕਰਪਸ਼ਨ ਦੇ ਬੜੇ ਰੂਪ ਹੈ। ਇੱਥੇ ਮੈਂ ਬਹੁਤ ਐਸੇ ਅਫਸਰਾਂ ਨੂੰ ਜਾਣਦਾ ਜਿਨ੍ਹਾਂ ਦੇ ਬਾਪ ਦਾਦਿਆਂ ਨੇ ਪਤਾ ਨਹੀਂ ਕਿੱਡੀਆਂ ਵੱਡੀਆਂ ਲੁੱਟਾਂ ਖੋਹਾਂ ਕੀਤੀਆਂ ਹੋਈਆਂ ਤੇ ਅੱਜ ਉਹ ਇਮਾਨਦਾਰ ਕਹੇ ਜਾਂਦੇ ਆ। ਇਮਾਨਦਾਰੀ ਇਹ ਨਹੀਂ ਹੁੰਦੀ। ਸੋ ਜਿਹੜਾ ਤੁਹਾਡਾ ਕੁਐਸਚਨ ਹੈ ਉਹਦਾ ਜਵਾਬ ਇਹ ਹੈ ਕਿ ਜਿਹੜਾ ਸੱਚ ਹੈ ਤੁਹਾਡੇ ਸਾਹਮਣੇ ਦਿਖਾਈ ਦਿੰਦਾ ਉਹਨੂੰ ਮਤਲਬ ਅਕਸੈਪਟ ਕਰਨ ਦਾ ਮਾਦਾ ਤਾਂ ਰੱਖੋ। ਜੇ ਤੁਸੀਂ ਨਹੀਂ ਕੀਤਾ ਮੰਨ ਲਓ, ਮੈਂ ਇੱਕ ਬੰਦਾ ਕਹਿੰਦਾ ਜਿਹਨੂੰ ਤੁਸੀਂ ਕਦੇ ਪੁੱਛਿਆ ਹੋਊਗਾ ਉਹ ਗੁਨਾਹਗਾਰ ਘੱਟ ਹੋਇਆ, ਪਰ ਉਹ ਮੰਨ ਤਾਂ ਲਵੇ ਗੁਨਾਹਗਾਰ ਤਾਂ ਸਾਡੇ ਸਾਹਮਣੇ ਜੋ ਕੁਝ ਹੋਇਆ ਤੇ ਉਹਦੇ ਨਾਲ ਸਾਡੀ ਜਿਹੜੀ ਸਟੇਟ ਬਰਬਾਦ ਹੋਈ ਵੀ ਹੈ। ਤਾਂ ਸਾਰੇ ਜਿਹੜੇ ਹੈਗੇ ਆ ਇਹਦੇ ਕਲੈਕਟਿਵ ਜ਼ਿੰਮੇਵਾਰ ਹੈਗੇ, ਉਹਦੇ 'ਚ ਮੈਂ ਵੀ ਸ਼ਾਮਲ ਹਾਂ ਤੇ ਜਿੰਨੀ ਵੀ ਅਫਸਰਸ਼ਾਹੀ ਹੁੰਦੀ ਰਹੀ ਹੈ ਉਹਨੂੰ ਪੰਜਾਬ ਦੀ ਬਰਬਾਦੀ ਵਿੱਚ ਆਪਣਾ ਜਿਹੜਾ ਹੈ ਯੋਗਦਾਨ ਜਾਂ ਆਪਣਾ ਹਿੱਸਾ ਮੰਨਣਾ ਚਾਹੀਦਾ ਕਿ ਸਾਡੀ ਗੁਨਾਹਗਾਰੀ ਕਰਕੇ ਹੀ ਅੱਜ ਸਟੇਟ ਦੀ ਹਾਲਤ ਇਸ ਤਰ੍ਹਾਂ ਦੀ ਹੋਈ। ਸ਼ੁਰੂਆਤ ਆਪਾਂ ਉਸ ਤੋਂ ਕਰਦੇ ਹਾਂ ਕਿ ਲੁਧਿਆਣਾ ਕੋਰਟ ਦੇ ਵਿੱਚ ਗਵਾਹੀਆਂ ਪੈ ਰਹੀਆਂ ਨੇ। ਨਾ ਤਾਂ ਤੁਹਾਨੂੰ ਨਵਜੋਤ ਸਿੰਘ ਸਿੱਧੂ ਦੀ ਗਵਾਹੀ ਠੀਕ ਲੱਗੀ ਕਿ ਉਸ ਦਾ ਜਿਹੜਾ ਜੋ ਉਹਨੂੰ ਕਹਿਣਾ ਚਾਹੀਦਾ ਸੀ, ਬੋਲਣਾ ਚਾਹੀਦਾ ਸੀ, ਭੂਮਿਕਾ ਨਹੀਂ ਨਿਭਾਏਗੀ। ਇਸੇ ਤਰ੍ਹਾਂ ਪੰਜਾਬ ਦੇ ਅਫਸਰ ਹੁਣ ਪਿਛਲੇ ਦਿਨਾਂ 'ਚ ਕੋਰਟ 'ਚ ਜੋ ਬੋਲ ਕੇ ਆਏ ਉਸ ਤੋਂ ਵੀ ਤੁਸੀਂ ਸੰਤੁਸ਼ਟ ਨਹੀਂ ਹੋਏ। ਇੱਥੋਂ ਤੱਕ ਕਹਿ ਦਿੱਤਾ ਕਿ ਝੂਠ ਬੋਲਦੇ ਆ, ਛਪਾਉਂਦੇ ਆ ਕੁਝ ਗੱਲਾਂ। ਤੁਹਾਨੂੰ ਇਹ ਕਿਉਂ ਲੱਗਦਾ ਤੇ ਉਹ ਮਸਲਾ ਕੀ ਹੈ ਤੇ ਉਸ ਦੇ ਵਿੱਚ ਕਿਹੜੇ-ਕਿਹੜੇ ਅਫਸਰ ਹੈ ਜਾਂ ਕਿਹੜੇ-ਕਿਹੜੇ ਸਿਆਸਤਦਾਨ ਹੈ ਕਿ ਉਹਨਾਂ ਨੇ ਬਹੁਤ ਕੁਝ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਲੱਗੇ ਹੋਏ ਹੋ ਤੁਸੀਂ ਕਿ ਉਹ ਪਰਦਾ ਮੈਂ ਨਹੀਂ ਪੈਣ ਦੇਣਾ। ਦੇਖੋ, ਝੂਠ ਨਾਲ ਤਸੱਲੀ ਕਿਵੇਂ ਹੋ ਜਾਵੇ? ਜੇ ਸੱਚ ਬੋਲਣ ਦੀ ਮਾੜੀ ਮੋਟੀ ਵੀ ਕੋਸ਼ਿਸ਼ ਕਰਨ, ਆਪਾਂ ਉਸ ਦਿਨ ਦੇ ਐਪੀਸੋਡ ਦੀ ਗੱਲ ਕਰ ਲੈਂਦੇ ਜਿਸ ਦਿਨ ਦਾ ਤੁਸੀਂ ਕੁਐਸਚਨ ਕਰਦੇ ਹੋ। ਇਹ ਮਿਸਟਰ ਵੈਨੂ ਪ੍ਰਸ਼ਾਦ ਜਿਹੜਾ ਇਸ ਟਾਈਮ ਪ੍ਰਿੰਸੀਪਲ ਸੈਕਟਰੀ ਨਾਲ ਭਗਵੰਤ ਮਾਨ ਦੇ ਹੈ, ਇਹ ਉਸ ਟਾਈਮ ਦਾ ਪ੍ਰਿੰਸੀਪਲ ਸੈਕਟਰੀ ਸੀ ਲੋਕਲ ਬੋਡੀ ਦਾ ਨਵਜੋਤ ਸਿੰਘ ਸਿੱਧੂ ਨਾਲ। ਇਹਦੇ ਹੱਥੀਂ ਸਾਰਾ ਕੁਝ ਹੋਇਆ ਹੋਇਆ, ਗਲਤ ਕੰਮ ਇਹਨਾਂ ਨੇ ਕੀਤੇ ਹੋਏ ਆ। ਦੋ ਰਿਪੋਰਟਾਂ ਉੱਥੇ ਬਣੀਆਂ ਹੋਈਆਂ ਜਿਹਦੇ ਵਿੱਚ ਕੱਲ੍ਹ ਨੂੰ ਇਹਨਾਂ ਦਾ ਕਿਤੇ ਛੁਟਕਾਰਾ ਨਹੀਂ ਹੈਗਾ। ਤੇ ਜਾ ਕੇ ਮੁੱਕਰੀ ਜਾਣਾ, ਸਾਹਮਣੇ ਕਹਿ ਦੇਣਾ ਵੀ ਇਹ ਤਾਂ ਹੈ ਹੀ ਨਹੀਂ ਸਾਡੇ, ਮੈਂ ਤਾਂ ਜਾਣਦਾ ਹੀ ਨਹੀਂ। ਜਿਹੜੀ ਫਾਈਲ ਤੁਸੀਂ ਰੀਕਨਸਟਰਕਟ ਕਰਾਈ ਹੈ, ਇਹ ਆਪਣੇ ਬਿਆਨ ਹੈ ਕਿ ਫਾਈਲ ਅਸੀਂ ਵਰਬਲ ਆਰਡਰ ਦੇ ਕੇ ਰੀਕਨਸਟਰਕਟ ਕਰਾਈਏ, ਜੋ ਕਿ ਕਰਾ ਨਹੀਂ ਸਕਦੇ। ਕੋਈ ਵਰਬਲ ਆਰਡਰ ਨਹੀਂ ਹੁੰਦਾ, ਆਰਡਰ ਤਾਂ ਆਰਡਰ ਹੁੰਦੇ। ਜੇ ਕੋਈ ਫਾਈਲ ਗੁੰਮ ਹੋਈ ਹੈ ਉਹਦੀ FIR ਦਰਜ ਹੋਣੀ ਚਾਹੀਦੀ ਸੀ, ਉਹਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਸੀਗੀ। ਇਸ ਦੇ ਬਾਵਜੂਦ ਇਹ ਕਹਿੰਦੇ ਸੀ ਵਰਬਲ ਕਰਾਈ। ਫਿਰ ਵਰਬਲ ਕਰਾਈ ਹੋਈ ਨੂੰ ਮੰਨਣ ਨੂੰ ਆਪ ਹੀ ਤਿਆਰ ਨਹੀਂ ਹੈਗੇ ਕਿ ਇਹ ਜਿਹੜੀ ਹੈਗੀ ਰੀਜਨਲ ਨਹੀਂ ਹੈਗੀ। ਐਸੇ ਹਾਸੋਹੀਣੇ ਜਿਹੜੇ ਬਿਆਨ ਉੱਥੇ ਦਿੰਦੇ ਜਾ ਕੇ ਤੇ ਆਪਣੀ ਕੁਰਸੀਆਂ ਦਾ ਜਿਹੜਾ ਇਹਨਾਂ ਨੂੰ ਬਿਲਕੁਲ ਵੀ ਉੱਥੇ ਇਹੀ ਨਹੀਂ ਕਿ ਅਸੀਂ ਕਿੱਥੇ ਬੈਠੇ ਹਾਂ। ਈਵਨ ਜਦੋਂ ਸਾਡੇ ਵਕੀਲ ਸਾਹਿਬ ਨੇ ਉਹ ਹੋਸਟਾਈਲ ਦਾ ਇੱਕ ਹੁੰਦਾ ਵੀ ਜਦੋਂ ਇਸ ਤਰ੍ਹਾਂ ਕਰਦੇ ਹੋਣ ਤਾਂ ਹੋਸਟਾਈਲ ਲਿਖਾਉਣਾ ਪੈਂਦਾ, ਤਾਂ ਜੱਜ ਸਾਹਿਬ ਨੇ ਰਿਕੁਐਸਟ ਕੀਤੀ ਉਹਨਾਂ ਨੂੰ, ਸਾਡੇ ਵਕੀਲ ਸਾਹਿਬ ਨੂੰ, ਵੀ ਐਡੇ ਸੀਨੀਅਰ ਅਫਸਰ ਨੇ ਤੇ ਹੋਸਟਾਈਲ ਲਿਖਾਉਣੇ ਇਹਨਾਂ ਦੇ ਜਿਹੜਾ ਕੁਰਸੀਆਂ ਦੇ ਮਤਲਬ ਉਹਦੇ ਨਾਲ ਬਰਾਬਰ ਮੈਚਿੰਗ ਨਹੀਂ ਹੈਗੀ ਇਹਨਾਂ ਦੇ ਕਿਰਦਾਰ ਨਾਲ। ਤੇ ਫਿਰ ਮੈਨੂੰ ਬੋਲਣਾ ਪਿਆ ਕਿ ਮੈਂ ਇਹ ਲੋਕ 'ਚ ਪ੍ਰਿੰਸੀਪਲ ਸੈਕਟਰੀ ਬਣ ਗਏ ਜਾਂ ਡਾਇਰੈਕਟਰ ਬਣੇ ਬੈਠੇ, ਇਸ ਕਿਰਦਾਰ ਦੇ ਮਾਲਕ ਹੀ ਨਹੀਂ ਹੈਗੇ। ਇਹ ਇੱਕ ਸੱਚ ਬੋਲਣ ਦੀ ਵੀ ਇੰਨੀ ਹਿੰਮਤ ਨਹੀਂ ਰੱਖਦੇ ਕਿ ਉਹ ਸੱਚ ਨਾਲ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ। ਉਹ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਝੂਠ ਹੈ ਉਹ ਸਾਹਮਣੇ ਆਉਂਦਾ ਹੈ, ਉਹ ਭਾਰਤ ਭੂਸ਼ਣ ਆਸ਼ੂ ਹੋਰਾਂ ਦੀਆਂ ਜਿਹੜੀਆਂ ਠੱਗੀਆਂ ਸਾਹਮਣੇ ਆਉਂਦੀਆਂ। ਪਰ ਕਿਉਂਕਿ ਇਹਨਾਂ ਦੇ ਰੋਲ ਜ਼ਿਆਦਾ ਵੱਡੇ ਹੈਗੇ ਆ, ਉਹਨਾਂ ਦੇ ਨਾਮ ਹੈ। ਮੈਂ ਪੋਲੀਟੀਸ਼ੀਅਨ ਨੂੰ 15 ਪੈਸੇ ਦਾ ਕਰਪਟ ਗਿਣਦਾ ਹੁੰਦਾ, 75 ਪੈਸੇ ਤਾਂ ਇਹਨਾਂ ਨੇ ਖਾਧੇ ਹੋਏ ਆ। ਤਾਂ ਇਹ ਸਾਰੇ ਹੀ ਮਤਲਬ ਜਿਹੜੀ ਮਤਲਬ ਇਸ ਕੇਸ ਤੋਂ ਇਲਾਵਾ ਛੱਡ ਗਏ ਤਾਂ ਹਰ ਜਿਹੜਾ ਹੈ ਮੁੱਦੇ 'ਤੇ ਜਿੱਥੇ ਵੀ ਕਰਪਸ਼ਨਾਂ ਦੇ ਪ੍ਰੋਬਲਮ ਆਈਆਂ ਉਹਦੇ 'ਚ ਅਫਸਰਸ਼ਾਹੀ ਹੁਣ ਤੱਕ ਕਦੇ ਫਸੀ ਨਹੀਂ ਸੀਗੀ। ਕੁਛ ਚੀਜ਼ਾਂ ਸਾਹਮਣੇ ਆ ਰਹੀਆਂ, ਸਿੰਚਾਈ ਘੁਟਾਲੇ 'ਚ ਅਫਸਰਸ਼ਾਹੀ ਆ ਰਹੀ ਹੈ, ਬਚਾਇਆ ਜਾ ਰਿਹਾ। ਐਕਸਾਈਜ਼ ਦਾ ਇੱਕ ਬਹੁਤ ਵੱਡਾ ਚੱਕਰ ਚੱਲ ਰਿਹਾ, ਪਿੱਛੇ ਅਫਸਰ ਵੀ ਸਾਰੇ ਇਕੱਠੇ ਹੋ ਕੇ ਚਲੇ ਗਏ ਸੀ ਚੀਫ ਸੈਕਟਰੀ ਕੋਲੇ ਐਕਸਾਈਜ਼ ਡਿਪਾਰਟਮੈਂਟ ਦੇ। ਐਕਸਾਈਜ਼ ਉਹ ਵਾਲਾ ਜਿਹੜਾ ਬਾਰਡਰ ਵਾਲਾ ਸ਼ੰਭੂ ਬਾਰਡਰ ਵਾਲਾ, ਠੀਕ ਹੈ, ਐਡਾ ਵੱਡਾ ਪਤਾ ਨਹੀਂ ਕਿੰਨੇ ਹਜ਼ਾਰਾਂ ਕਰੋੜਾਂ ਦਾ ਉੱਥੇ ਮਸਲਾ ਹੈਗਾ। ਜਿੱਥੇ ਅਫਸਰ ਫਸਦਾ ਉੱਥੇ ਜਾ ਕੇ ਫਿਰ ਸਾਰੇ ਕਾਨੂੰਨ ਜਿਹੜੇ ਆ ਠੰਡੇ ਹੋ ਜਾਂਦੇ ਆ। ਕਿਉਂਕਿ ਪੋਲੀਟੀਸ਼ੀਅਨ ਨੂੰ ਵੀ ਕਿਸੇ ਹੱਦ ਤੱਕ, ਜਿਵੇਂ ਹੁਣ ਕੁਛ ਪੋਲੀਟੀਸ਼ੀਅਨ ਜੇਲ੍ਹਾਂ 'ਚ ਬੈਠੇ ਤੁਹਾਡੇ ਸਾਹਮਣੇ, ਉਹ ਵੀ ਇਹਨਾਂ ਦੇ ਮਤਲਬ ਕਹਿ ਸਕਦੇ ਆ ਇਹਨਾਂ ਦੇ ਗਲ 'ਚ ਪਾਏ ਹੋਏ ਜਿਹਨਾਂ ਦੇ ਗੁਲਾਮ ਵਾਲਾ ਹਿਸਾਬ ਵੀ ਹੈਗਾ। ਕਿਉਂਕਿ ਪੋਲੀਟੀਸ਼ੀਅਨ ਕੋਲ ਨੌਲੇਜ ਨਹੀਂ ਹੈਗੀ। ਪੋਲੀਟੀਸ਼ੀਅਨ ਦਾ ਲੋਕਾਂ ਦਾ ਮੈਂਡੇਟ ਲੈ ਕੇ ਆ ਜਾਂਦਾ, ਉਹ ਵੀ ਠੱਗੀ ਚੋਰੀ ਨਾਲ ਆਉਂਦਾ ਹੈ, ਜਿਸ ਤਰ੍ਹਾਂ ਦਾ ਕਰੈਕਟਰ ਦੇ ਵਾਈਜ਼ ਹੈ, ਕੋਈ ਕ੍ਰਿਮੀਨਲ ਹੈਗੇ ਹੈ ਜਾਂ ਜੋ ਵੀ ਮਤਲਬ ਜਿਸ ਤਰ੍ਹਾਂ ਦੇ ਪੋਲੀਟੀਸ਼ੀਅਨ ਆਪਣੇ ਹੈਗੇ ਆ, ਉਹਦੇ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ। ਪਰ ਕਿਉਂਕਿ ਉਹਨਾਂ ਦਾ ਜਿਹੜਾ ਪੱਧਰ ਹੈ, ਜਿਹੜਾ ਆਪਣਾ ਮਾਨਸਿਕ ਹੈ, ਉਸ ਲੈਵਲ ਦਾ ਨਹੀਂ ਹੁੰਦਾ। ਤੇ ਇਹ ਸਾਰੇ ਪੜ੍ਹੇ ਲਿਖੇ IAS ਅਫਸਰ ਹੁੰਦੇ ਆ ਤੇ 30-35 ਸਾਲਾਂ ਵਾਸਤੇ ਆਏ ਹੁੰਦੇ ਆ। ਤਾਂ ਇਹ ਜਿਹੜਾ ਹੈ ਇਹ ਮਤਲਬ ਬਹੁਤ ਵੱਡਾ ਗਲਬਾ ਜਿਹੜਾ ਹੈ ਸਾਰੇ ਕਰਪਸ਼ਨ ਦੇ ਉੱਪਰ ਇਸ ਲੌਬੀ ਦਾ ਸਾਰੇ ਮੁਲਕ 'ਚ ਹੀ ਹੈ, ਇਕੱਲੇ ਪੰਜਾਬ ਦੀ ਗੱਲ ਨਹੀਂ ਮੈਂ ਕਰ ਰਿਹਾ। ਇੱਕ ਚੌਧਿਆਂ ਦੇ ਉੱਤੇ ਪਹੁੰਚਣ ਦੀ ਕਹਾਣੀ ਇੱਕ ਪਾਸੇ ਉਹ ਕਿ ਉਹਨਾਂ ਨੇ ਜਿਨ੍ਹਾਂ ਨੇ ਚੋਰੀਆਂ ਕੀਤੀਆਂ ਹੋਣ ਜਾਂ ਘਪਲੇਬਾਜ਼ੀ ਕੀਤੀ ਹੋਵੇ ਜਾਂ ਮਦਦ ਕੀਤੀ ਹੋਵੇ ਫਿਰ ਵੀ ਉਹ ਚੌਧੇ ਲੈ ਲੈਣ, ਔਰ ਉਦੋਂ ਬਾਅਦ ਜਦੋਂ ਉਹਨਾਂ 'ਤੇ ਕੋਈ ਕਾਰਵਾਈ ਦੀ ਗੱਲ ਤੁਰੇ ਜਾਂ ਤੁਸੀਂ ਕਹੋ ਜਾਂ ਤੁਹਾਡੇ ਵਰਗੇ ਕੋਈ ਹੋਰ ਕਵੇ ਕਿ ਇਹ ਗੱਲ ਗਲਤ ਹੋ ਰਹੀ ਹੈ ਤੇ ਅਸੀਂ ਹੋਣ ਨਹੀਂ ਦੇਣੀ, ਫਿਰ ਉੱਥੇ ਤੱਕ ਕੋਈ ਚੱਲਦੀ ਨਜ਼ਰ ਨਹੀਂ ਆਉਂਦੀ, ਬੇਵੱਸੀ ਜੀ ਨਜ਼ਰ ਆਉਂਦੀ ਆ। ਕਿਉਂਕਿ ਉਹ ਚੌਧਿਆਂ 'ਤੇ ਬਿਰਾਜਮਾਨ ਹੀ ਰਹਿੰਦੇ ਆ, ਉਹਨਾਂ ਨੂੰ ਤਾਂ ਹਿਲਾ ਹੀ ਨਹੀਂ ਸਕਦਾ ਕੋਈ ਅਫਸਰ ਨੂੰ ਬਚਾਈ ਜਾਂਦਾ ਪੰਜਾਬ 'ਚ। ਇਹੀ ਮੈਂ ਜਿਹੜੀ ਗੱਲ ਕਰ ਰਿਹਾ ਉਸੇ ਦਾ ਹੀ ਕੜੀ ਦੇ ਵਿੱਚ ਅਗਲੀ ਗੱਲ ਆਉਂਦੀ ਕਿਉਂਕਿ ਕੌਣ ਹੈ ਅਪੁਆਇੰਟਿੰਗ ਅਥਾਰਟੀ, ਇੱਕ ਦੂਜੇ ਦੀਆਂ ਆਪ ਨੇ ਇਹ।
ਜਦੋਂ ਇਹਨਾਂ ਨੇ ਪਰਮਾਨੈਂਟ ਰਹਿਣਾ ਹੈ, ਪੋਲੀਟੀਸ਼ੀਅਨ ਨੇ ਤਾਂ 5 ਸਾਲਾਂ ਬਾਅਦ ਆਉਣਾ। ਮੈਂ ਸੁਣ ਵੀ ਰਿਹਾ ਸੀ ਕੋਈ ਪਿੱਛੇ ਪੋਲੀਟੀਸ਼ੀਅਨ ਕਹਿ ਰਿਹਾ ਸੀ ਵੀ ਸਾਡੀ ਤਾਂ ਪ੍ਰੀਖਿਆ 5 ਸਾਲਾਂ ਬਾਅਦ ਆਉਂਦੀ ਵੀ, ਇਹ 'ਚ ਕੋਈ ਸ਼ੱਕ ਨਹੀਂ ਹੈ, ਪਰ ਉਹ ਆਪਣੇ ਮਾਸਟਰ ਨੇ ਆਪਣੇ ਕੰਮ ਦੇ। ਪਰ ਇਹ ਜਿਹੜੇ ਹੈਗੇ ਆ ਲੋਕ ਹੈ, ਇਹ ਇਹਨਾਂ ਨੇ ਆਪ ਹੀ ਆਪਣੀ ਅਪੁਆਇੰਟਿੰਗ ਅਥਾਰਟੀ ਹੈ, ਇਹਨਾਂ ਨੇ ਇੱਕ ਦੂਜੇ ਨੂੰ ਸਿਲੈਕਟ ਕਰਨਾ ਹੁੰਦਾ, ਇਹਨਾਂ ਨੇ ਇੱਕ ਦੂਜੇ ਨੂੰ ਬਚਾਉਣਾ ਹੁੰਦਾ, ਇੱਕ ਦੂਜੀ ਸਰਕਾਰ 'ਚ ਕੰਮ ਕਰ ਰਹੇ ਆ। ਹੁਣ ਪਿੱਛੇ ਜੇ 20-25 ਸਾਲਾਂ ਪਿਛਲਿਆਂ ਤੋਂ ਜਦੋਂ ਦਾ ਅਕਾਲੀ ਤੇ ਕਾਂਗਰਸ ਦਾ ਵਾਰੀ ਰਜੀਮ ਚੱਲੇ ਸੀਗੇ, ਉਦੋਂ ਤੋਂ ਕੈਟੇਗਰਾਈਜ਼ ਹੋ ਗਏ ਅਫਸਰ ਵੀ ਇਹ ਅਕਾਲੀਆਂ ਦੇ ਅਫਸਰ ਹੈ, ਇਹ ਕਾਂਗਰਸੀਆਂ ਦੇ ਅਫਸਰ ਹੈ। ਉਹ ਫਿਰ ਉਹਨਾਂ ਨੇ ਬਚਾਉਣਾ, ਉਹਨਾਂ ਨੇ ਬਚਾਉਣਾ। ਪੋਲੀਟੀਸ਼ੀਅਨ ਨੇ ਵੀ ਫਿਰ ਇਹਨਾਂ ਤੋਂ ਸਿੱਖਿਆ ਵੀ ਕਾਂਗਰਸੀ ਜਿਹੜੇ ਅਕਾਲੀਆਂ ਨੂੰ ਬਚਾਉਂਦੇ ਤੇ ਅਕਾਲੀ ਕਾਂਗਰਸ ਨੂੰ ਬਚਾਉਂਦੇ। ਪੋਲੀਟੀਸ਼ੀਅਨ ਇਹ ਸਿੱਖਿਆ ਇਹਨਾਂ ਤੋਂ ਹੀ ਲਈ ਹੈ, ਕਿਉਂਕਿ ਅਫਸਰ ਤਾਂ ਜਿਹੜਾ ਹੈਗਾ ਜਦੋਂ ਵੀ ਅਫਸਰ ਤੇ ਭੀੜ ਬਣਦੀ ਨਾਲ ਦੀ ਨਾਲ ਉਹਨੂੰ ਬਚਾਉਣ ਵਾਸਤੇ ਆਉਂਦਾ ਹੈ। ਬਿਲਕੁਲ ਖਾਸ ਤੌਰ ਤੇ ਡਾਇਰੈਕਟ ਅਫਸਰ, ਮੈਂ ਜਿਹੜੇ ਪ੍ਰਮੋਟੀ ਅਫਸਰ ਹੈ ਉਹਨਾਂ ਦੀ ਗੱਲ ਨਹੀਂ ਮੈਂ ਕਰਦਾ, ਉਹਨੂੰ ਤਾਂ ਇਹ ਅਫਸਰ ਗਿਣਦੇ ਨਹੀਂ ਆਪਸ ਦੇ ਵਿੱਚ, ਜਿਹੜਾ ਥੱਲੇੋਂ IAS ਗਿਆ ਹੋਵੇ, ਥੱਲੇੋਂ IPS ਗਿਆ ਹੋਵੇ। ਤੇ ਜਿਹੜੇ ਡਾਇਰੈਕਟ ਹੈਗੇ ਆ ਉਹਨਾਂ ਤੇ ਜਿੱਡੇ ਵੱਡੇ ਮਰਜ਼ੀ ਕਰਪਸ਼ਨ ਦੇ ਇਲਜ਼ਾਮ ਲੱਗ ਜਾਣ। ਤੁਹਾਡੇ ਪੁਲਿਸ ਡਿਪਾਰਟਮੈਂਟ 'ਚ ਇਹ ਜਿਹੇ ਮਹਾਰਥੀ ਬੜੇ ਬੈਠੇ ਆ, ਇੱਧਰ ਮਤਲਬ ਜਿਹੜੀ ਹੈਗੀ ਹੈ ਸਾਡੀ ਬਿਊਰੋਕ੍ਰੇਸੀ ਹੈ, ਸਾਰਿਆਂ ਨੂੰ ਜਾਣਦਾ। ਮੇਰੀ ਪ੍ਰੋਬਲਮ ਇੱਕ ਇਹ ਵੀ ਹੈਗੀ ਹੈ ਕਿ ਮੇਰੀ ਜਾਣਕਾਰੀ ਜਿਹੜੀ ਹੈਗੀ ਹੈ ਲੋੜ ਤੋਂ ਵੱਧ ਹੈ, ਲੋੜ ਤੋਂ ਵੱਧ ਜਾਣਕਾਰੀ ਵੀ ਕਈ ਵਾਰ ਤੁਹਾਨੂੰ ਤਕਲੀਫ ਦੇ ਹੁੰਦੀ ਹੈ। ਅਸੀਂ ਜਦੋਂ ਦਾ ਜੁਆਇਨ ਕੀਤਾ ਉਹ ਤਕਰੀਬਨ ਇਹ ਸਾਰਾ ਜਿਹੜਾ ਇਹ ਮਤਲਬ ਹੁਣ ਬੈਚ ਕੰਮ ਕਰ ਰਿਹਾ ਸੀ ਇਹਨਾਂ ਅਫਸਰਾਂ ਦਾ, ਇਹ ਉਦੋਂ ਕਦਾ ਜਦੋਂ ਅਸੀਂ 90 'ਚ ਜੁਆਇਨ ਕੀਤਾ ਸੀਗਾ। ਇਹ ਵੀ ਨਵੇਂ ਆਏ ਸੀ ਤੇ ਸਾਰੇ ਇਹ ਪੁਰਾਣੇ ਹੋਏ ਆ, ਕੋਈ 2 ਸਾਲ 4 ਸਾਲ ਦੀ ਨੌਕਰੀ ਵਾਲੀ ਸੀ ਬੈਠੇ। ਔਰ ਇਹਨਾਂ ਨੂੰ ਬੇਸਿਕਲੀ ਸਟਾਰਟਿੰਗ ਤੋਂ ਜਾਣਦੇ ਹਾਂ ਅਸੀਂ, ਸਾਡੇ ਡਿਪਾਰਟਮੈਂਟ ਦੀ ਮਤਲਬ ਨੌਕਰੀ ਦਾ ਸਿਸਟਮ ਹੈ, ਅਸੀਂ ਵਾਹ ਪੈਂਦਾ ਹਰ ਇੱਕ ਨਾਲ। ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਕਿ ਸਾਡੇ ਆਪਣੇ ਪੁਲਿਸ ਡਿਪਾਰਟਮੈਂਟ ਵਿੱਚ 1-2 ਅਫਸਰਾਂ ਨੂੰ ਛੱਡ ਕੇ ਤੇ ਇੱਧਰ ਤਾਂ ਕੁਝ IAS ਗਣੀ ਤਾਂ ਧਿਆਨ 'ਚ ਵੀ ਨਹੀਂ ਆਉਂਦਾ ਵੀ ਕਿਹੜੇ ਬੰਦੇ ਬਾਰੇ ਕਹਿ ਸਕੀਏ ਅਸੀਂ। ਜਦੋਂ ਦੇ ਤੁਸੀਂ ਮਹਿਕਮੇ 'ਚ ਬਾਹਰ ਆਏ ਹੋ, ਜਿੰਨੀਆਂ ਗੱਲਾਂ ਲੈ ਕੇ ਆ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਲੋੜ ਤੋਂ ਵੱਧ ਗਿਆਨ ਵੀ ਲੱਗਦਾ ਕਿਤੇ ਨਾ ਕਿਤੇ ਤਕਲੀਫ ਦੇ ਰਿਹਾ ਹੋਊਗਾ ਕਈਆਂ ਨੂੰ, ਔਰ ਤੁਹਾਨੂੰ ਵੀ ਲੱਗਦਾ ਹੋਊਗਾ ਕਿ ਮੈਂ ਕਿਤੇ ਜ਼ਿਆਦਾ ਤਾਂ ਨਹੀਂ ਬੋਲ ਰਿਹਾ ਲੋੜ ਤੋਂ। ਵਿੱਚ ਜਿਹੜੇ ਹੁਣ ਵੀ ਅਫਸਰ ਕੰਮ ਕਰ ਰਹੇ ਆ, ਤੁਹਾਡੇ ਜਾਣਕਾਰ ਵੀ ਹੋਣਗੇ, ਕੁਝ ਤੁਹਾਨੂੰ ਨਹੀਂ ਵੀ ਕਦੇ ਮਿਲੇ ਹੋਣਗੇ, ਕਦੇ ਉਹਨਾਂ ਨੇ ਫੋਨ ਕਰਕੇ ਜਾਂ ਮਿਲ ਕੇ ਇਹ ਗੱਲ ਕਹੀ ਹੈ ਕਿ ਸਾਡੀ ਤਾਂ ਹਿੰਮਤ ਪਈ ਨਹੀਂ ਤੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਠੀਕ ਹੈ, ਲੱਗੇ ਰਹੋ? ਨਹੀਂ, ਦੇਖੋ ਇੰਨੀ ਹਿੰਮਤ ਕਹਿਣ ਦੀ ਨਹੀਂ ਹੁੰਦੀ ਕਿਸੇ ਨੂੰ। ਪਹਿਲੀ ਗੱਲ ਤਾਂ ਰੋਕਣ ਦੀ ਗੱਲ ਹੀ ਸੀ, ਮੈਨੂੰ ਤਾਂ ਹਰ ਇੱਕ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਤੇ ਜਿੱਥੇ ਡਰ ਵਾਲੀ ਗੱਲ ਸੀ ਉੱਥੇ ਡਰਾਉਣ ਦੀ ਵੀ ਕੋਸ਼ਿਸ਼ ਕੀਤੀ। ਪੋਲੀਟੀਸ਼ੀਅਨਾਂ ਨਾਲ ਪੰਗੇ ਸੀ, ਤੁਹਾਡੇ ਸਾਹਮਣੇ ਬੜਾ ਕੁਛ ਹੋਇਆ। ਜਿਹਨੂੰ ਡਿਟੇਲ ਜਾਈਏ ਤਾਂ ਬਹੁਤ ਲੰਬੀ ਗੱਲ ਹੁੰਦੀ ਹੈ। ਜਿਸ ਤਰ੍ਹਾਂ ਦਾ ਕੰਮ ਜਿਹੜਾ ਚੱਲ ਰਿਹਾ ਉਹਦੇ ਅਗੇਂਸਟ ਜੇ ਕੋਈ ਆਵਾਜ਼ ਉੱਠਦੀ ਹੈ ਤਾਂ ਉਹਨੂੰ ਮਤਲਬ ਹਰ ਬੰਦਾ ਜਿਹੜਾ ਉਹਨੂੰ ਵੈਲਕਮ ਥੋੜ੍ਹਾ ਕਰੂਗਾ। ਇਹ ਤਾਂ ਉਹਦੇ ਅਗੇਂਸਟ ਹੈ ਸਿਸਟਮ ਦੇ। ਮੈਂ ਵੀ ਪਤਾ ਨਹੀਂ ਕਿਸ ਕੁਦਰਤ ਦੇ ਹੁਕਮ ਨਾਲ ਮੈਨੂੰ ਇਹ ਹੋਇਆ। ਆਮ ਤੌਰ 'ਤੇ ਕੋਈ ਕੁਐਸਚਨ ਕਰ ਲੈਂਦੇ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ, ਤਾਂ ਪਹਿਲਾਂ ਇੱਕ ਤਾਂ ਵਰਦੀ ਦੀ ਗੁਲਾਮੀ ਸੀ ਬਹੁਤ ਵੱਡੀ ਜਿਹੜੀ ਹੈਗੀ ਹੈ। ਪਰ ਇਸ ਦੇ ਬਾਵਜੂਦ ਵੀ ਪਹਿਲਾਂ ਵੀ ਪ੍ਰੋਬਲਮ ਆਉਂਦੀਆਂ ਰਹੀਆਂ। ਅਸੀਂ ਕ੍ਰਿਮੀਨਲ ਕੇਸ ਫੇਸ ਕੀਤੇ ਆ। ਮੈਂ ਡਿਸਮਿਸਲ ਦੂਜੀ ਵਾਰੀ ਵੇਖ ਰਿਹਾ। ਜੇ ਬੋਲਦੇ ਰਹੇ ਹਾਂ ਤਾਂ ਉਹੀ ਰਿਜ਼ਲਟ ਜਿਹੜੇ ਹੁੰਦੇ ਆ ਪਹਿਲਾਂ ਵੀ ਆਉਂਦੇ ਰਹਿੰਦੇ ਆ, ਕਿਉਂਕਿ ਕੁਛ ਰੈਂਕਾਂ ਦੇ ਵਿੱਚ ਥੱਲੇ ਜਿਵੇਂ ਇੰਸਪੈਕਟਰ ਥੱਲੇ SHO ਵਗੈਰਾ ਹੁੰਦੇ ਆ, ਜੋ ਪਹਿਲਾਂ ਸਾਡੇ ਨਾਲ ਪ੍ਰੋਬਲਮ ਆਈ ਆ, ਉਹ ਥੋੜੀ ਆਵਾਜ਼ ਬਹੁਤੀ ਉੱਚੀ ਨਹੀਂ ਜਾਂਦੀ। ਇੱਕ ਸੋਸ਼ਲ ਮੀਡੀਆ ਮੈਂ ਕਹੂੰਗਾ, ਇੱਕ ਰੈਂਕ ਤੁਸੀਂ ਉੱਪਰ ਆ ਕੇ ਗੈਜਟਡ ਅਫਸਰ ਹੋ ਗਏ ਹੋ, ਇੱਕ ਸੋਸ਼ਲ ਮੀਡੀਆ ਬਹੁਤ ਸਟਰੋਂਗ ਹੋ ਗਿਆ। ਉਹਦੇ ਕਰਕੇ ਆਵਾਜ਼ ਬਹੁਤ ਦੂਰ ਤੱਕ ਗਈ, ਤਾਂ ਸਟਰੈਂਥ ਬਣੀ। ਅੱਜ ਲੋਕਾਂ ਦੇ ਵਿੱਚ ਜੇ ਮੇਰੀ ਆਵਾਜ਼ ਜਾਂਦੀ ਹੈ ਤਾਂ ਹੀ ਮੈਨੂੰ ਸਟਰੈਂਥ ਹੈਗੀ। ਔਰ ਮੈਂ ਕਿਹੜਾ ਕਿਸੇ ਤੋਂ ਕੋਈ ਲੈ ਕੇ ਲੜ ਰਿਹਾ, ਮੈਂ ਤਾਂ ਆਪਣਾ ਘਰ ਫੂਕ ਕੇ ਤਮਾਸ਼ਾ ਦੇਖ ਰਿਹਾ ਨਾ। ਕਿਸੇ ਕੋਲ ਕਦੇ ਕਿਸੇ ਨੂੰ ਅੱਜ ਤੱਕ ਦਾ ਸਵਾਲ ਪਾਇਆ ਨਹੀਂ ਹੈਗਾ। ਤੇ ਇਹ ਸਟਰੈਂਥ ਕਿੱਥੋਂ ਆਈ ਹੈ? ਇਹ ਸੋਸ਼ਲ ਮੀਡੀਆ ਦੀ ਸਟਰੈਂਥ ਹੈ, ਲੋਕਾਂ ਦੀ ਸਟਰੈਂਥ ਹੈ। ਇਹਨਾਂ ਨੂੰ ਪਤਾ ਹੈ ਕਿ ਹੁਣ ਜੇ ਮਤਲਬ ਮੇਰੇ ਤੇ ਕੋਈ ਇਹੋ ਜਿਹਾ ਡਾਇਰੈਕਟ ਕਾਰਵਾਈ ਕਰਦੇ ਤਾਂ ਜਿਹੜੀ ਦੁਨੀਆ ਸਾਰੀ ਦਿਖ ਰਹੀ ਹੈ। ਤਾਂ ਉਹ ਜਿਹੜੀ ਲਾਈਕ ਸਟਰੈਂਥ ਤੁਹਾਨੂੰ ਮਿਲਦੀ ਹੈ, ਉਹਦੇ ਕਰਕੇ ਫਿਰ ਤੁਸੀਂ ਇੱਕ ਜਿਹੜਾ ਆਪਣੀ ਗੱਲ ਕਹਿਣ ਵਾਸਤੇ ਜਿਹੜਾ ਹੈਗਾ ਤੁਹਾਨੂੰ ਮਜ਼ਬੂਤੀ ਮਿਲਦੀ ਹੈ। ਮੈਂ ਤਾਂ ਆਪਣੀ ਜਿਹੜੀ ਸਟਰੈਂਥ ਇਹਦੇ ਵਿੱਚ ਦੇਖ ਰਿਹਾ। ਇਹ ਲੋਕ ਜਿਹੜੇ ਹੈਗੇ ਆ ਨਿੱਜ ਜਿਹੜੀ ਹੈਗੀ ਆਪਣਾ ਨੇੜੇ ਦੇ ਜਿਹੜੇ ਫਾਇਦੇ ਹੈ ਉਹਨਾਂ ਨੂੰ ਵੇਖਦੇ, ਉਹ ਤੋਂ ਨਿਕਲ ਨਹੀਂ ਸਕਦੇ। ਪੋਸਟਿੰਗ ਹੈ, ਕਰਪਸ਼ਨ ਹੈ, ਉਹਨਾਂ ਚੀਜ਼ਾਂ ਤੋਂ ਜੇ ਬਾਹਰ ਆ ਜਾਈਏ। ਅੱਜ ਹੁਣ ਮੇਰੀ ਸਟਰੈਂਥ ਇੱਕ ਇਹ ਵੀ ਹੈ ਕਿ ਮੈਨੂੰ ਲੋੜ ਨਹੀਂ ਹੈਗੀ ਕਿਸੇ ਦੀ, ਨਾ ਮੈਨੂੰ ਕੋਈ ਨੌਕਰੀ ਦੀ ਲੋੜ ਹੈ, ਨਾ ਮੈਨੂੰ ਆਪਣੇ ਕਿਸੇ ਬੱਚੇ ਨੂੰ ਕਿਤੇ ਮੈਂ ਕੋਈ ਐਡਜਸਟ ਕਰਾਉਣਾ, ਨਾ ਮੈਨੂੰ ਕੋਈ ਫੈਕਟਰੀ ਚਲਾਉਣੀ ਹੈ, ਨਾ ਮੇਰਾ ਕੋਈ ਬਿਜ਼ਨਸ ਹੈ। ਤਾਂ ਇਹ ਸਾਰੀਆਂ ਸਟਰੈਂਥ ਹੁੰਦੀਆਂ। ਫਿਰ ਜੇ ਤੁਸੀਂ ਲੜਨਾ ਤਾਂ ਮੈਂ ਤਾਂ ਫਕੀਰੀ ਦੀ ਗੱਲ ਕਰਦਾ। ਫਕੀਰੀ ਵੀ ਦੀ ਕਮਾਲ ਦੀ ਤਾਕਤ ਹੈਗੀ ਹੈ। ਤਾਂ ਅੱਜ ਜਿਹੜੀ ਹੈਗੀ ਅੱਜ ਮੈਂ ਇਹਨਾਂ ਨਾਲ ਜੇ ਮੱਥਾ ਲਾਇਆ ਤਾਂ ਮੇਰੀ ਉਹ ਫਕਰ ਪਾਉਣਾ ਸੀਗਾ ਜਾਂ ਜਿਹੜੇ ਚੀਜ਼ ਆਪਣੇ ਕੋਲ ਕੁਝ ਚੀਜ਼ਾਂ ਦੀ ਘਾਟ ਸੀ, ਅੱਜ ਮੇਰੀ ਸਟਰੈਂਥ ਆ। ਇੱਕ AIG ਆਸ਼ੀਸ਼ ਕਪੂਰ, ਬੜੇ ਮਸਲੇ ਜੁੜੇ ਆ, ਬੜੇ ਥਾਂ ਦੇ ਉੱਤੇ ਉਹ IO ਵੀ ਰਹੇ, ਇਨਵੈਸਟੀਗੇਸ਼ਨ ਅਫਸਰ ਰਹੇ, ਔਰ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਤੇ ਬਾਅਦ ਵਿੱਚ ਆਪ ਹੀ ਕਸੂਤੇ ਫਸ ਗਏ ਤੇ ਅੱਜ ਜੇਲ੍ਹ ਦੀ ਰੋਟੀ ਖਾਣੀ ਪਈ ਰਹੀ ਹੈ। ਵਿਜੀਲੈਂਸ ਦੀ ਭੂਮਿਕਾ ਤੇ ਵਿਜੀਲੈਂਸ ਦੇ ਉਸ ਅਫਸਰ ਦੀ ਭੂਮਿਕਾ, ਜਿੰਨੇ ਅਫਸਰਾਂ ਦੇ ਉੱਤੇ ਐਲੀਗੇਸ਼ਨ ਲੱਗੇ ਉਹਨਾਂ ਦੇ ਨਾਲ ਜੁੜੇ ਨਾਵਾਂ ਦੀ ਚਰਚਾ, ਖਾਸ ਕਰਕੇ ਇਰੀਗੇਸ਼ਨ ਮਹਿਕਮੇ ਦੀ ਜੇ ਮੈਂ ਗੱਲ ਕਰਾਂ, ਉਸ ਦੇ ਵਿੱਚ ਜਿਹੜਾ ਤਕਰੀਬਨ ਦੱਸਿਆ ਜਾਂਦਾ ਉਸ ਦਾ ਕੋਈ ਅਨੁਮਾਨ ਕੋਈ ਪੁਖਤਾ ਲਾਇਆ ਨਹੀਂ ਗਿਆ ਕਿ 1000 ਕਰੋੜ ਰੁਪਏ ਦਾ ਘੁਟਾਲਾ ਕੀਤਾ। 2 ਸਾਬਕਾ ਅਕਾਲੀ ਮੰਤਰੀ ਆ ਗਏ, 3 ਵੱਡੇ ਅਫਸਰ ਆ ਗਏ, ਜਿਸ ਦੇ ਵਿੱਚ KBS ਸਿੱਧੂ, ਸਰਵੇਸ਼ ਕੌਸ਼ਲ ਤੇ ਕਾਹਨ ਸਿੰਘ ਪੰਨੂ। ਤਾਂ ਆਸ਼ੀਸ਼ ਕਪੂਰ ਦੀ ਭੂਮਿਕਾ ਤੇ ਸਵਾਲ ਉੱਠ ਗਏ ਉਲਟਾ ਕਿ ਇਸ ਨੇ ਗਲਤ ਤਰੀਕੇ ਦੇ ਨਾਲ ਫਸਾਇਆ। ਸਰਕਾਰ ਨੇ ਹੁਕਮ ਦਿੱਤਾ ਸੀ ਕਿ ਤੁਹਾਨੂੰ ਠੋਕਣਾ ਹੀ ਠੋਕਣਾ। ਇਹ ਸੱਚਾਈ ਕੀ ਹੈ? ਕਿਉਂਕਿ ਉਹ ਅਫਸਰਾਂ ਨੂੰ ਜਦੋਂ ਪੁੱਛਿਆ ਜਾਵੇ, ਅਸੀਂ ਵੀ ਇੰਟਰਵਿਊ ਕੀਤਾ, ਉਹਨਾਂ ਨੇ ਕਿਹਾ ਕਿ ਮੈਨੂੰ ਟਾਰਗੇਟ ਕੀਤਾ ਗਿਆ। ਇੱਥੋਂ ਮੈਂ ਸਪਸ਼ਟ ਕਰਨਾ ਚਾਹੁੰਦਾ, ਬੜੀ ਮਤਲਬ ਦਿਲਚਸਪ ਗੱਲ ਹੈ। ਇਹ ਲੌਬੀ ਕੀ ਹੈਗੀ ਹੈ? ਇਹ ਲੌਬੀ ਅੱਜ ਦੀ ਡੇਟ 'ਚ ਹੋ ਚੁੱਕੀ ਹੈ ਕਮਜ਼ੋਰ।
ਜਿਹੜਾ ਆਸ਼ੀਸ਼ ਕਪੂਰ ਵਾਲਾ ਪੰਗਾ, ਇਸ ਤੋਂ ਪਹਿਲਾਂ ਡਰੱਗ ਵਾਲਾ ਲੈ ਲੈਂਦੇ ਆ, ਇਹਨੂੰ ਛੱਡਦੇ ਤਾਂ ਬਹੁਤ ਛੋਟਾ ਹੈ, ਬਹੁਤ ਛੋਟਾ ਹੈ, 5 ਪੈਸੇ ਵੀ ਨਹੀਂ, 2 ਪੈਸੇ ਵੀ ਨਹੀਂ ਉਹਦੇ ਸਾਹਮਣੇ। ਡਰੱਗ ਦਾ ਜਿਹੜਾ ਇੱਕ ਬਹੁਤ ਵੱਡਾ ਨੈਕਸਸ ਹੈ ਜਿਹਦੇ 'ਚ ਮਜੀਠੀਆ ਨੂੰ ਪਿੱਛੇ ਜ਼ਮਾਨਤ ਦਿੱਤੀ ਹਾਈ ਕੋਰਟ ਨੇ, ਉਹਦੇ ਪਿੱਛੇ ਅਫਸਰਾਂ ਦੀ ਇਨਵੋਲਵਮੈਂਟ ਬਹੁਤ ਵੱਡੀ ਹੈ। ਜਿਹੜੀ ਜਸਟਿਸ ਅਜੀਤ ਸਿੰਘ ਬੈਂਸ ਦੀ ਰਿਪੋਰਟ ਹੈ ਉਹ DGP ਲੈਵਲ ਤੋਂ ਲੈ ਕੇ ਥੱਲੇ SSP ਲੈਵਲ ਤੱਕ ਦੀ ਚੇਨ ਨੂੰ ਜੋੜਦੀ ਹੈ, ਜਿਹੜੀ ਹਾਈ ਕੋਰਟਾਂ ਖੋਲ੍ਹਦੀਆਂ ਨਹੀਂ ਪਈਆਂ, ਠੀਕ ਹੈ। ਉਹ ਲੌਬੀ ਬਹੁਤ ਸਟਰੋਂਗ ਹੈ, ਉਹਦੇ ਵਿੱਚ ਅਫਸਰ ਵੀ ਆਸ਼ੀਸ਼ ਕਪੂਰ ਦੇ ਰੈਂਕ ਦਾ ਹੈਗਾ ਸੀਗਾ, ਠੀਕ ਹੈ। ਉਹ ਅੱਜ ਕੱਲ੍ਹ ਬੜੇ ਆਰਾਮ ਨਾਲ ਆਪਦੀ ਜ਼ਿੰਦਗੀ ਜਿਉ ਰਿਹਾ, ਕਿਉਂਕਿ ਉਹਦੇ ਪਿੱਛੇ ਉੱਪਰ ਥੱਲੇ ਇੰਨੇ ਜ਼ਿਆਦਾ ਆਕਾ ਜਿਹੜੇ ਮਜ਼ਬੂਤ ਬੈਠੇ ਆ, ਉਹਦੇ ਵੱਲ ਕੋਈ ਵੇਖਣ ਦੀ ਹਿੰਮਤ ਨਹੀਂ ਹੋ ਰਹੀ। ਆਸ਼ੀਸ਼ ਕਪੂਰ ਵੀ ਇੱਕ ਮਤਲਬ ਵਿਚਾਲੇ ਸਾਈਜ਼ ਦਾ ਜਿਹੜਾ ਹੈਗਾ ਸੀਗਾ, ਉਹ ਇੱਕ ਕਹਿ ਸਕਦੇ ਹਾਂ ਇੱਕ ਪੁਰਜਾ ਜਿਹੜਾ ਇੱਕ ਸਿਸਟਮ ਦਾ, ਠੀਕ ਹੈ। ਹਾਲਾਂਕਿ ਇਸ ਸਟੇਜ ਦੇ ਅਫਸਰ ਘੱਟ ਫਸੇ ਆ, ਪਰ ਉਹਦੇ 'ਚ ਬੜੀ ਉਮੀਦ ਕਰਦੇ ਸੀ ਕਿ ਅਗਾਂਹ ਅਗਲੇ ਅਫਸਰਾਂ ਦੇ ਨਾਂ ਉੱਪਰਲੇ ਆਉਣਗੇ, ਜਿਵੇਂ ਕਿ ਹੁਣ ਆਉਣੇ ਸ਼ੁਰੂ ਹੋਏ ਆ। ਉਹ ਤਾਂ ਆਉਣੇ ਕਿਉਂਕਿ ਲੌਬੀ ਕਮਜ਼ੋਰ ਆ। ਉਹ ਲੌਬੀ ਜਿਹੜੀ ਹੈਗੀ ਹੈ ਇਸ ਟਾਈਮ ਸਰਦਾਰ ਚੱਟੇ ਪੌਦੇ ਦਾ ਨਾਮ ਆ, ਸ਼ਰਦ ਚੌਹਾਨ ਦਾ ਨਾਮ ਹੈਗਾ, ਠੀਕ ਹੈ, ਹੋਰ ਇੱਕ ਮੈਡਮ ਕੋਈ ਹੈਗੇ, 3 ਨਾਮ ਆ ਰਹੇ ਆ। ਉਹ ਲੌਬੀ ਜਿਹੜੀ ਹੈਗੀ ਆ ਉਹ ਇੰਨੀ ਸਟਰੋਂਗ ਨਹੀਂ ਹੈਗੀ ਕਿ ਆਪਣੇ ਬੰਦੇ ਨੂੰ ਬਚਾ ਸਕੇ, ਤਾਂ ਪਹਿਲੀ ਵਾਰੀ ਇਹ ਚੀਜ਼ ਨਾਮ ਆਈ ਹੈ। ਨਹੀਂ ਤੇ ਇਹ ਨਾਮ ਤਾਂ ਉੱਪਰਲੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਡਾਇਰੈਕਟਲੀ ਅਫਸਰਾਂ ਦੇ ਨਾਮ ਆਉਂਦੇ ਹੀ ਨਹੀਂ ਹੈਗੇ। ਸੋ ਇਹ ਤਾਂ ਬਹੁਤ ਛੋਟਾ ਕੇਸ ਹੈਗਾ। ਡਰੱਗ ਕੇਸ ਦੇ ਵਿੱਚ ਜਦੋਂ ਕਦੇ ਖੁੱਲੂਗਾ ਉਹਦੇ 'ਚ ਐਡੀ ਵੱਡੀ ਚੇਨ ਹੈ, ਪਰ ਉਮੀਦ ਨਹੀਂ ਕਿ ਉਹ ਜਿਹੜਾ ਇਸ ਤਰ੍ਹਾਂ ਦਾ ਕੇਸ ਜਿਹੜਾ ਨੇੜੇ ਫਿਊਚਰ 'ਚ ਕੋਈ ਖੁੱਲ੍ਹਣ ਦੇ ਚਾਂਸ ਹੈ। ਤੁਸੀਂ ਗੱਲ ਕੀਤੀ ਸੀ ਸਜਾਈ ਘੁਟਾਲੇ ਵਿੱਚ ਕਾਹਨ ਸਿੰਘ ਪੰਨੂ ਦੇ, ਮੈਂ ਕੱਲ੍ਹ ਇੰਟਰਵਿਊ ਦੇਖ ਰਿਹਾ ਸੀ, ਤੁਹਾਡੇ ਵੱਲੋਂ ਕੀਤੀ ਹੋਈ ਆ ਉਹ। ਹੁਣ ਉਹ ਕਿੰਨਾ ਸਮਾਰਟ ਆਦਮੀ ਹੈ ਕਾਹਨ ਸਿੰਘ ਪੰਨੂ, ਕਿਤੇ ਮੈਨੂੰ ਮੌਕਾ ਮਿਲਿਆ ਮੈਂ ਸੁਨੇਹਾ ਵੀ ਦਿੰਦਾ ਇਸ ਇੰਟਰਵਿਊ ਤੋਂ ਵੀ ਜੇ ਉਹਦੇ 'ਚ ਹਿੰਮਤ ਹੈ ਤਾਂ ਕਦੇ ਮੇਰੇ ਨਾਲ ਡਿਸਕਸ ਕਰੇ ਬੈਠ ਕੇ, ਕਿਤੇ ਇਸ ਤਰ੍ਹਾਂ ਇਕੱਠੀ ਕਰ ਲਾਂਗੇ ਗੱਲ, ਇੱਕ ਪਾਸੇ ਉਹ ਬੈਠ ਜੇ, ਇੱਕ ਪਾਸੇ ਮੈਂ ਬੈਠ ਜੂ, ਮੈਂ ਕੁਐਸਚਨ ਹੋਣਗੇ। ਉਹ ਤੁਹਾਨੂੰ ਵਾਰ-ਵਾਰ ਲੈ ਕੇ ਆ ਰਿਹਾ ਆਸ਼ੀਸ਼ ਕਪੂਰ ਦੇ ਮਾਮਲੇ 'ਚ ਵੀ ਬਲਾਤਕਾਰੀ ਸੀ, ਉਸ ਦਾ ਤਾਂ ਇਹਨਾਂ ਕੇਸ ਨਾਲ ਕੰਸਰਨ ਹੀ ਕੋਈ ਨਹੀਂ। ਇਹਦੇ ਕੇਸ ਦੇ ਵਿੱਚ ਤਾਂ ਜਿਹੜੀ ਸਟੇਟਮੈਂਟ ਲਿਖੀ ਹੋਈ ਹੈ ਵਰਿੰਦਰ ਬਰਾੜ ਦੀ ਲਿਖੀ ਹੋਈ ਹੈ, 2 DSP ਨੇ ਤਸਦੀਕ ਕੀਤਾ ਹੋਇਆ, ਉਹਦਾ ਤਾਂ ਲੇਗਾ ਦੇਗਾ ਵੀ ਨਹੀਂ। ਜਿਹੜੀ ਸਵਾਲ ਨੂੰ ਵਾਰ-ਵਾਰ ਘੁਮਾ ਕੇ ਆਪਣੇ ਆਪ ਨੂੰ ਸਾਬਤ ਕਰਕੇ ਵੀ ਅਸੀਂ ਆਹ ਕੰਮ ਕਰਦੇ ਰਹੇ ਹਾਂ, ਮੈਂ ਫਲਾਨਾ ਕੰਮ ਕਰਦਾ ਸੀ, ਅਸੀਂ ਇਹਦੇ ਖਿਲਾਫ ਤੇਜ਼ ਹੋ ਗਏ ਸੀ, ਅਸੀਂ ਉਹਦੇ ਅਗੇਂਸਟ ਹੋ ਗਏ ਸੀ। ਤੁਸੀਂ ਕੋਈ ਪ੍ਰਾਪਤੀ ਦੱਸ ਦਿਓ ਆਪਣੀ, ਜੇ ਤੁਸੀਂ ਕੰਮ ਕਰਦੇ ਰਹੇ ਸੀ ਤਾਂ ਕੁਛ ਕੋਈ ਕਹਿ ਸਕਦੇ ਹੋ ਵੀ ਅਸੀਂ ਆਹ ਜਿਹੜੀ ਡਰਾਈਵ ਸਟਾਰਟ ਕੀਤੀ ਸੀ ਤਾਂ ਆਹ ਮਤਲਬ ਅਸੀਂ ਕੰਮ ਕੀਤਾ। ਇੱਕ ਮਤਲਬ ਪਬਲਿਕ ਮੀਟਿੰਗ 'ਚ ਇਕੱਠਾ ਹੋਣ ਦਾ ਮੌਕਾ ਮਿਲਿਆ ਸੀ ਮੈਨੂੰ, ਤੇ ਉੱਥੇ ਇਹਨੇ ਕਿਹਾ ਸਾਡੇ ਕੋਲ ਉਹ ਪਾਵਰ ਨਹੀਂ ਹੈਗੀ ਉਨੀ ਮਤਲਬ ਲੀਗਲੀ। ਮੈਂ ਦੱਸਿਆ ਵੀ ਤੁਸੀਂ FIR ਦਰਜ ਕਰਾ ਸਕਦੇ ਹੋ, ਹੋਰ ਇਸ ਤੋਂ ਬਾਅਦ ਲੀਗਲ ਪਾਵਰ ਕੀ ਹੁੰਦੀ, ਪੁਲਿਸ ਕੋਲ ਵੀ ਇਹੀ ਹੁੰਦੀ ਹੈ। ਜੇ ਤੁਸੀਂ FIR ਦਰਜ ਕਰਾ ਸਕਦੇ ਹੋ, ਇਸ ਤੋਂ ਵੱਡੀ ਪਾਵਰ ਤੁਹਾਨੂੰ ਹੋਰ ਕੀ ਹੋ ਸਕਦੀ ਹੈ, ਕਿਉਂਕਿ ਕਿਸੇ ਨੂੰ ਤਾਂ ਪਤਾ ਹੀ ਨਹੀਂ ਹੈਗਾ, ਹੋਰ ਤਾਂ ਕਿਸੇ ਨੇ ਕੁਐਸਚਨ ਕਰਨਾ ਹੀ ਨਹੀਂ। ਉਹ ਮੈਂ ਕੀਤਾ। ਹੁਣ ਕੱਲ੍ਹ ਜੇ ਮਤਲਬ ਮੇਰੇ ਵਰਗਾ ਕੋਈ ਨੌਲੇਜ ਵਾਲਾ ਬੰਦਾ ਹੁੰਦਾ ਤਾਂ ਇਹਦੀ ਕੀ ਹਿੰਮਤ ਸੀ ਇੰਨੇ ਵੱਡੇ ਝੂਠ ਮਾਰ ਜਾਂਦਾ। ਉਸ ਮਸਲੇ ਵਿੱਚ ਤਾਂ ਉਹਨਾਂ ਨੇ ਗਿਆ, ਮੈਂ ਪੁੱਛਿਆ ਕਿ ਗੁਰਿੰਦਰ ਸਿੰਘ ਉਰਫ ਭਾਪਾ ਜਿਸ ਨੂੰ ਠੇਕਾ ਦਿੱਤਾ ਗਿਆ, ਕਿ ਉਸ ਦੇ ਵਿੱਚ ਤੁਹਾਡੇ ਇਕਬਾਲੀਆ ਬਿਆਨ ਦੇ ਵਿੱਚ ਨਾਮ ਆਉਂਦਾ ਹੈ ਔਰ ਕਰੋੜਾਂ ਰੁਪਏ ਦੱਸੇ ਜਾਂਦੇ ਆ ਕਿ ਇਸ ਅਫਸਰ ਨੇ ਵੀ ਲਏ, ਇਸ ਅਫਸਰ ਨੇ ਵੀ ਲਏ, ਔਰ ਕਾਹਨ ਸਿੰਘ ਪੰਨੂ, KBS ਸਿੱਧੂ, ਸਰਵੇਸ਼ ਕੌਸ਼ਲ ਦੇ ਸਮੇਤ 2 ਸਾਬਕਾ ਅਕਾਲੀ ਮੰਤਰੀਆਂ ਦੇ ਵੀ ਉਹਨਾਂ ਨੇ ਨਾਮ ਲਏ, ਵੀ ਉਸ ਬਿਆਨ ਨੂੰ ਆਧਾਰ ਬਣਾਇਆ ਗਿਆ। ਕਹਿੰਦੇ ਉਹ ਤਾਂ ਉਹਦਾ ਬਿਆਨ ਹੀ ਨਹੀਂ ਸੀ, ਅਸੀਂ ਕੰਪਲੇਂਟ ਕੀਤੀ, ਫਿਰ ਸਾਈਨ ਚੈੱਕ ਹੋਏ, ਦਸਤਖਤ ਜਾਲੀ ਕੀਤੇ ਹੋਏ ਸੀ, ਤੇ ਵਿਜੀਲੈਂਸ ਦੇ ਕੁਝ ਅਫਸਰਾਂ ਨੇ ਨਿਸ਼ਾਨਾ ਬਣਾ ਲਿਆ ਸਾਨੂੰ। ਨਹੀਂ, ਉਹਦਾ ਮੈਂ ਫਿਰ ਜਵਾਬ ਦਿੰਦਾ ਵੀ ਜੇ ਇਹਨਾਂ ਨੇ ਪਹਿਲੀ ਗੱਲ ਤਾਂ ਇਹ ਲੀਗਲੀ ਇਹ ਖੁਦ ਦੋਸ਼ੀ ਹੈ, ਉਹਦੇ ਵਿੱਚ ਇਹਨਾਂ ਤੇ LOC ਜਾਰੀ ਹੋਈ ਹੈ, ਬਾਹਰ ਜਾ ਨਹੀਂ ਸਕਦੇ। ਵਿਜੀਲੈਂਸ ਨੇ ਪਿੱਛੇ ਕੁਝ ਦਿਨ ਪਹਿਲਾਂ ਬੁਲਾ ਕੇ ਪੁੱਛਗਿੱਛ ਕੀਤੀ ਹੈ, ਕਿਸੇ ਵੀ ਟਾਈਮ ਅਰੈਸਟ ਹੋ ਸਕਦਾ ਕਾਹਨ ਸਿੰਘ ਪੰਨੂ। ਤੇ ਇਹ ਗੱਲ ਕਹੇ ਕਿ ਮੈਂ ਇਨਵੈਸਟੀਗੇਸ਼ਨ ਕਰਾਊਂਗਾ, ਇਹ ਕਿਵੇਂ ਕਿਸ ਅਥਾਰਟੀ ਨਾਲ ਇਹ ਟੈਸਟ ਕਰਾ ਸਕਦਾ ਉਹਨਾਂ ਸਾਈਨਾਂ ਨੂੰ, ਪਹਿਲੀ ਗੱਲ। ਦੂਜੀ ਗੱਲ ਆ ਉਹ ਬਿਆਨ ਹੈ, ਕੋਈ ਕਨਫੈਸ਼ਨਲ ਸਟੇਟਮੈਂਟ ਇਹਨਾਂ ਦੀ ਪੰਨੂ ਹੋਰਾਂ ਦੀ ਨਹੀਂ ਹੈਗੀ, ਉਹ ਇੱਕ ਬਿਆਨ ਹੈ ਜਿਹੜਾ ਜਿਹਨੂੰ ਤਸਦੀਕ ਕੀਤਾ ਹੋਇਆ ਵਰਿੰਦਰ ਸਿੰਘ ਬਰਾੜ ਨੇ ਤੇ 2 DSP ਨੇ। ਜੇ ਉਹ ਝੂਠਾ ਇਹ ਕਰਾ ਲਿਆ ਤੇ ਫਿਰ ਉਹਦੇ ਖਿਲਾਫ ਕਾਰਵਾਈ ਕਰਾਓ। ਉਹ ਸਾਈਨ ਤਾਂ ਹੈਗੇ ਨੇ ਨਾ, ਉਹ ਤਾਂ ਨਹੀਂ ਮੁੱਕਰ ਸਕਦੇ ਵੀ ਸਾਡੇ ਸਾਈਨ ਨਹੀਂ। ਤੁਸੀਂ ਤਾਂ ਆਪਣੇ ਤੌਰ ਤੇ ਅਪਰੂਵ ਕਰਾ ਲਿਆ ਵੀ ਇਹ ਸਾਈਨ ਨਹੀਂ ਹੈਗੇ, ਤੇ ਫਿਰ ਉਹਨਾਂ ਅਫਸਰਾਂ ਦੀ ਵੀ ਕਰਾ ਲਓ, ਤੇ ਜੇ ਅਫਸਰਾਂ ਦੇ ਸਾਈਨ ਸਹੀ ਹੈ ਤੇ ਫਿਰ ਉਹਦੇ ਖਿਲਾਫ ਕਾਰਵਾਈ ਕਰ ਜਾਓ। ਕਿਉਂਕਿ ਇਹ ਗੱਲਾਂ ਦੱਸੀਆਂ ਜਾ ਸਕਦੀਆਂ, ਕਹੀਆਂ ਜਾ ਸਕਦੀਆਂ, ਕੋਰਟ ਦੇ ਵਿੱਚ ਲੀਗਲੀ ਕਿਤੇ ਖੜਦੀਆਂ ਨਹੀਂ ਹੈਗੀਆਂ। ਤੇ ਇਸ ਕਰਕੇ ਇਹ ਜਿਹੜਾ ਬਿਲਕੁਲ ਹਾਸੋਹੀਣੀ ਗੱਲ ਉਹ ਕਰ ਰਹੇ ਸੀਗੇ। ਇਹਦੇ ਵਿੱਚ ਕਾਹਨ ਸਿੰਘ ਪੰਨੂ ਜੇ ਇਕੱਲਾ ਹੁੰਦਾ ਤਾਂ ਫਿਰ ਉਹ ਛਾਲਾਂ ਛੂਲਾਂ ਮਾਰ ਲੈਂਦਾ, ਤਾਂ ਆਪਾਂ ਨੂੰ ਸਮਝ ਆਉਂਦੀ ਵੀ ਠੀਕ ਹੈ ਵੀ ਕਿਤੇ ਇਕੱਲਾ ਟਾਰਗੇਟ ਕੀਤਾ ਹੋਣਾ। ਸਰਵੇਸ਼ ਕੌਸ਼ਲ ਡਾਇਰੈਕਟ IAS ਅਫਸਰ ਜਿਹੜਾ ਕਿ ਮਤਲਬ ਚੀਫ ਸੈਕਟਰੀ ਰਿਟਾਇਰ ਹੋਇਆ ਔਰ ਕਹਿੰਦੇ ਘੁਮਾਉਂਦੇ ਬਾਦਲਾਂ ਵੇਲੇ, ਠੀਕ ਹੈ। KBS ਸਿੱਧੂ, ਠੀਕ ਹੈ, ਜਿਹਨੂੰ ਹੁਣ ਬੇਲ ਦਿੱਤੀ ਹਾਈ ਕੋਰਟ ਨੇ, ਠੀਕ ਹੈ। ਰਾਜਮੋਹਨ ਠਾਕਰ ਨੇ ਪਿੱਛੇ ਫਿਰ ਉਹਨੂੰ ਵੀ ਬੇਲ ਦਿੱਤੀ। ਗੱਲ ਵਿੱਚ ਕਰਦਿਆਂ ਹਾਈ ਕੋਰਟਾਂ ਦੀ ਆ ਜਾਂਦੀ, ਇਹਨਾਂ ਦਾ ਬੇੜਾ ਗਰਕ ਹੋਇਆ ਹੋਇਆ। KBS ਸਿੱਧੂ ਨੂੰ ਮਤਲਬ ਉਹਨਾਂ ਨੇ ਬੇਲ ਦਿੱਤੀ, LOC ਉਹਦੀ ਜਾਰੀ ਹੋਈ ਹੈ। ਔਰ ਪਰ ਪਿਛਲੀ ਜਿਹੜੀ ਸੁਣਵਾਈ ਦੇ ਵਿੱਚ LOC ਜਿਹੜੀ ਜਾਰੀ ਹੋਈ ਸੀ ਉਸ ਦੇ ਵਿੱਚ ਕਹਿ ਦਿੱਤਾ ਗਿਆ ਸੀ ਕਿ ਇੱਕ ਵਾਰੀ ਰੋਕ ਲਾ ਦਿਓ, ਕਿਸੇ ਵੀ ਤਰ੍ਹਾਂ ਦੀ KBS ਸਿੱਧੂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ। ਉਸੇ ਦੀ ਗੱਲ ਮੈਂ ਕਰ ਰਿਹਾ ਨਾ, ਉਸੇ ਹੀ ਦੀ ਗੱਲ ਕਰ ਰਿਹਾ ਵੀ LOC ਤਾਂ ਜਾਰੀ ਹੋ ਚੁੱਕੀ ਹੈ, ਇਹ ਹੁਣ ਰੋਕ ਲਈ ਜਾਂਦੇ ਤੇ ਫਿਰ ਮਾੜੀ ਮੋਟੀ ਸ਼ਰਮ ਕਰ ਲੈਣ, ਪੀੜੀ ਥੱਲੇ ਸੋਟਾ ਮਾਰ ਲੈਣ ਵੀ ਐਡੇ ਕਰੋੜਾਂ ਕਲ ਦੇ ਜਿਨ੍ਹਾਂ ਨੇ ਮਤਲਬ ਖਾਤੇ 'ਚ ਡਾਇਰੈਕਟ ਕੰਪਲੇਂਟ ਲਿਖੀ ਹੋਈ ਹੈ ਵੀ ਇਹਨੂੰ ਘੱਟੋ ਘੱਟ ਬੇਲ ਤਾਂ ਨਾ ਦਿਓ ਤੁਸੀਂ, ਇਹਨਾਂ ਨੂੰ ਤਾਂ ਜਿਹੜੇ ਆਪਣੀ ਇਨਵੈਸਟੀਗੇਸ਼ਨ ਪ੍ਰੋਪਰ ਤਰੀਕੇ ਨਾਲ ਪੁਲਿਸ ਨੂੰ ਜਾਂ ਵਿਜੀਲੈਂਸ ਨੂੰ ਕਰ ਲੈਣ ਦਿਓ। ਵਿਜੀਲੈਂਸ ਦਾ ਅਫਸਰ ਬਾਈ ਚਾਂਸ ਮੈਂ ਕਹਿੰਦਾ ਹੁੰਦਾ ਕਿ ਇੱਕ ਚੰਗਾ ਅਫਸਰ ਵਿਜੀਲੈਂਸ ਨੂੰ ਕੰਮ ਕਰਨ ਵਾਸਤੇ ਮਿਲਿਆ ਹੋਇਆ, ਤੇ ਉਹ ਜਿਹੜਾ ਜੋ ਹਾਲਾਤ ਉਹਦੇ ਕਰਕੇ ਬਣੇ ਹੋਏ ਆ। ਤਾਂ ਗੱਲ ਕਾਹਨ ਸਿੰਘ ਪੰਨੂ ਹੋਰਾਂ ਦੀ ਕਰਦੇ ਸੀ, ਇਹ ਬਿਲਕੁਲ ਜਿਹੜੇ ਜੈਨੂਨ ਫਸੇ ਹੋਏ ਆ। 2 ਮੰਤਰੀ ਨਾਲ ਹੈਗੇ ਆ ਅਕਾਲੀਆਂ ਦੇ, 3 ਇਹ ਵੱਡੇ ਅਫਸਰ ਹੈਗੇ ਆ, 2 PA ਹੈਗੇ ਆ, 7 ਬੰਦੇ ਜੇ ਹੁੰਦੇ ਤੇ ਕੱਲਾ ਕਾਹਨ ਸਿੰਘ ਪੰਨੂ ਤਾਂ ਨਹੀਂ ਕਹਿ ਸਕਦਾ ਮੈਨੂੰ ਇਹ ਸੈਨ ਗਲਤ ਹੈਗੇ ਆ। ਬਾਕੀ ਕਦੇ ਕਿਸੇ ਬਾਰੇ ਕੋਈ ਗੱਲ ਸੁਣੀ, ਕਦੇ ਕਿਸੇ ਹੋਰ ਅਫਸਰ ਦੇ ਬਿਆਨਾਂ ਬਾਰੇ ਸੁਣਿਆ? ਪਰ ਬਾਕੀ ਅਫਸਰ ਇਹ ਦਲੀਲ ਤਾਂ ਜ਼ਰੂਰ ਦਿੰਦੇ ਆ ਕਿ ਸਾਨੂੰ ਫਸਾਇਆ ਗਿਆ, ਚਾਹੇ ਉਹ ਬਾਹਰ ਚਲੇ ਗਿਆ 2 ਅਫਸਰ ਉਹਨਾਂ ਵਿੱਚੋਂ। ਕਿਉਂ ਨਹੀਂ ਕਹਿਣਗੇ? ਉਹ
ਤੁਸੀਂ ਮਤਲਬ ਇਹ ਤਾਂ ਇੱਕ ਪ੍ਰੋਪਰ ਗੱਲ ਹੀ ਕਰੇ ਕਿ ਵੀ ਅੱਜ ਤੱਕ ਇਹ ਇੰਨੀ ਹਿੰਮਤ ਕਰ ਸਕਦਾ। ਹੁਣ ਸਾਡੇ ਵਰਗਾ ਬੰਦਾ ਤਾਂ ਉਹ ਗੁਨਾਹ ਵੀ ਮੰਨਦਾ ਜਿਹੜੇ ਅਸੀਂ ਕੀਤੇ ਨਹੀਂ ਹੈਗੇ। ਹੁਣ ਇਹ ਲੋਕ ਇੰਨੀ ਹਿੰਮਤ ਹੈਗੀ ਹੈ ਇਹ ਕਹਿ ਸਕਣ ਵੀ ਹਾਂ ਵੀ ਫਿਰ ਤਾਂ ਕਨਫੈਸ਼ਨ ਹੀ ਹੋਗੀ ਨਾ। ਜੇ ਇਹ ਕਹਿਣਾ ਤਾਂ ਗਲਤ ਕਹਿਣਾ ਹੀ ਪਊਗਾ। ਜੇ ਤੁਸੀਂ ਉਸ ਨੂੰ ਫੇਸ ਕਰਨਾ ਹੈ, ਟ੍ਰਾਇਲ 'ਚ ਜਾਣਾ ਹੈ, ਕੇਸ ਲੜਨੇ ਉਹਦੇ ਅਗੇਂਸਟ ਜਾ ਕੇ, ਤੇ ਕਹਿਣਾ ਹੀ ਪੈਂਦਾ ਹੁੰਦਾ। ਤਾਂ ਕੋਰਟ ਦੇ ਵਿੱਚ ਵੀ ਜਦੋਂ ਤੁਹਾਨੂੰ ਚਾਰਜ ਫਰੇਮ ਕਰਦੇ ਹੀ ਕੋਰਟ, ਤਾਂ ਕਹਿਣਾ ਹੀ ਪੈਂਦਾ ਉਹ 'ਚ ਵੀ ਹਾਂ ਭਾਈ ਨਹੀਂ ਸਾਡੇ ਖਿਲਾਫ ਇਹ ਜਿਹੜਾ ਸਾਜ਼ਿਸ਼ ਹੈਗੀ ਹੈ। ਤਾਂ ਉਸ ਕਰਕੇ ਇਹ ਤਾਂ ਮਤਲਬ ਹੋਰ ਕੋਈ ਹੱਲ ਨਹੀਂ ਇਹ ਕਹਿਣ ਦਾ। ਅਦਰਵਾਈਜ਼ ਜਿਹੜਾ ਹੈਗਾ ਬੜਾ ਫੈਕਚੁਅਲ ਕੇਸ ਹੈਗਾ। ਇਹਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਕਿਸੇ ਦੇ ਬਚਣ ਦੀ ਚਾਂਸ ਨਹੀਂ। ਪਰ ਕਿਉਂਕਿ ਇਹ ਕਾਹਨ ਸਿੰਘ ਬੰਨੂ ਨੂੰ ਫਿਰ ਸਾਈਡ 'ਤੇ ਕਰ ਦਿਓ, ਮੰਤਰੀਆਂ ਨੂੰ ਫਿਰ ਸਾਈਡ 'ਤੇ ਕਰ ਦਿਓ, ਇਹਦੇ 'ਚ KBS ਸਿੱਧੂ ਫਸਿਆ ਹੋਇਆ। ਹੁਣ ਵੇਖੋ ਨਾ, ਕਾਹਨ ਸਿੰਘ ਬੰਨੂ ਨੂੰ ਤਾਂ ਕੋਈ ਬਿੱਲ ਨਹੀਂ ਹੈਗੀ। ਕਾਹਨ ਸਿੰਘ ਬੰਨੂ ਨੂੰ ਤਾਂ ਬੁਲਾਇਆ ਗਿਆ, KBS ਸਿੱਧੂ ਨੂੰ ਕਿਉਂ ਨਹੀਂ ਬੁਲਾਇਆ? ਉਦੋਂ ਇੰਦੀ ਮਿੰਟ ਮੈਨੂੰ ਬਿੱਲ ਮਿਲ ਗਈ। ਇਵੇਂ ਸਰਵੇਸ਼ ਕੌਸ਼ਲ ਵਾਰੀ ਹੋਣਾ। ਇਸ ਕਰਕੇ ਉਹਨਾਂ ਦੇ ਜਿਹੜੀਆਂ ਜੜ੍ਹਾਂ ਬਹੁਤ ਡੂੰਘੀਆਂ ਹੈਗੀਆਂ। ਬਹੁਤ ਵੱਡੀ ਗੱਲ ਹੈ ਇਹ, ਇਹਨਾਂ ਨੂੰ ਕਿਸੇ ਕਟਹਿਰੇ ਤੱਕ ਲੈ ਕੇ ਆਉਣਾ ਇਨਸਾਫ ਦੇ। ਪਰ ਜੋ ਹਾਲਾਤ ਚੱਲਦੇ ਆ, ਹਰ ਸਮਾਂ ਜਿਹੜਾ ਹੁੰਦਾ ਉਹੋ ਜਿਹਾ ਨਹੀਂ ਰਹਿੰਦਾ ਹੁੰਦਾ। ਜੇ ਹੁਣ ਇਹੋ ਜਿਹਾ ਕੁਛ ਹਵਾ ਵਗੀ ਹੋਈ ਹੈ ਤਾਂ ਉਮੀਦ ਕਰਦੇ ਹਾਂ ਕਿ ਜਿਹੜੇ ਸਿਰੇ ਦੇ ਕਰਪਟ ਲੋਕ ਹੈ ਜਿਨ੍ਹਾਂ ਨੇ ਸਟੇਟ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਆਉਣ ਵਾਲੇ ਸਮੇਂ 'ਚ ਆਪਣੇ ਅੰਜਾਮ ਨੂੰ ਜਿਹੜੇ ਹੈਗੇ ਬਿਲਕੁਲ ਸਹੀ ਭੁਗਤਣਗੇ ਤੇ ਕੁਦਰਤ ਦਾ ਕੋਈ ਇਨਸਾਫ ਪੰਜਾਬ 'ਚ ਵੇਖਣ ਨੂੰ ਮਿਲੂਗਾ। ਦੂਜੇ ਪਾਸੇ ਸਿਆਸੀ ਤਬਦੀਲੀ ਦੱਸਿਆ ਗਿਆ ਕਿ ਬਦਲਾਅ ਲੈ ਕੇ ਆਉਣਾ, ਤੇ ਅਸੀਂ ਬਦਲਾਅ ਦੀ ਭੂਮਿਕਾ ਨਿਭਾ ਵੀ ਰਹੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦੀ ਭੂਮਿਕਾ, ਉਸਦੇ ਸਾਰੇ ਕੈਬਨਿਟ ਮੰਤਰੀਆਂ ਦੀ ਭੂਮਿਕਾ, ਵਿਰੋਧੀ ਸਿਆਸੀ ਪਾਰਟੀਆਂ ਦਾ ਬਹੁਤ ਸਵਾਲ ਚੁੱਕਦੀਆਂ ਕਿ ਇਹਨਾਂ ਨੇ ਤਾਂ ਕੋਈ ਕੱਖ ਦਾ ਕੰਮ ਕੀਤਾ ਹੀ ਨਹੀਂ ਜਦੋਂ ਦੇ ਸੱਤਾ 'ਚ ਆਏ ਆ। ਬਲਵਿੰਦਰ ਸਿੰਘ ਸੇਖੋਂ ਜਿਹੜੇ ਹਰ ਅਫਸਰਾਂ ਦੀ ਗੱਲ ਨੂੰ ਕਹਿੰਦੇ ਆ ਕਿ ਇਹਨਾਂ ਨੇ ਇੱਥੇ ਗਲਤ ਕੀਤਾ ਤੇ ਅਸੀਂ ਗਲਤ ਕਹਾਂਗੇ, ਇਹ ਸਟੇਟ ਦੀ ਨਿਭਾਈ ਜਾ ਰਹੀ ਜ਼ਿੰਮੇਵਾਰੀ ਨੂੰ ਕਿਵੇਂ ਦੇਖਦੇ ਹੋ? ਯਾਰ ਇੱਕ ਤਾਂ ਜਦੋਂ ਇਹ ਇੱਕ ਗੱਲ ਜਿਹੜੀ ਆ ਇਹਨਾਂ ਨੇ ਕੀਤੀ ਹੋਈ ਆ, ਜਿਹੜੇ ਆ 2 ਮੰਤਰੀ ਅੰਦਰ ਦਿੱਤੇ ਹੋਏ ਆ, ਇਹ ਵੀ ਪਤਾ ਨਹੀਂ ਕਿਸ ਚੱਕਰ 'ਚ ਇਹ ਗੱਲ ਬਣੀ ਹੋਈ। ਨਹੀਂ ਤਾਂ ਉਮੀਦ ਤਾਂ ਇਹਨਾਂ ਤੋਂ ਕਰਦੇ ਨਹੀਂ ਸੀ। ਮੈਂ ਫਿਰ ਕਹਿੰਦਾ ਕੁਝ ਅਫਸਰ ਚੰਗੇ ਕੰਮ ਕਰ ਰਹੇ, ਨਹੀਂ ਤਾਂ ਹਰਪ੍ਰੀਤ ਸਿੰਘ ਸਿੱਧੂ ਵਰਗੇ ਅਫਸਰ ਨੂੰ ਵਾਪਸ ਨਹੀਂ ਜਾਣਾ ਪੈਣਾ ਸੀ ਜੇ ਸਿਰਦ ਹੁੰਦੇ ਇਹ ਜਿਹੜੀ ਆਪਣਾ ਡਰੱਗ ਦੇ ਕੇਸ ਨੂੰ ਰੋਕਣ ਵਾਸਤੇ। ਪਰ ਫਿਰ ਵੀ ਜੇ ਮੈਂ ਗੱਲ ਕਰਦਾ ਵੀ ਜੇ ਆਪਾਂ ਇਹਨੂੰ ਕਹਿੰਦੇ ਆ ਵੀ ਭਾਈ ਇਹ ਇਹਨਾਂ ਦੀ ਪ੍ਰਾਪਤੀ ਗਿਣੀ ਹੈ, ਅਤੇ ਪ੍ਰਾਪਤੀ ਤਾਂ ਇਹ ਜਿਹੜੀਆਂ ਜਾ ਕੇ ਉੱਥੇ ਗੁਜਰਾਤ 'ਚ ਦੱਸੀ ਜਾਂਦੇ ਆ, ਉਹ ਦੱਸੋ ਪੰਜਾਬ 'ਚ ਇਹੋ ਜਿਹੇ ਹਾਲਾਤ ਕੋਈ ਹੈਗੇ ਆ? ਹਰ ਤਰ੍ਹਾਂ ਦੀ ਕਰਪਸ਼ਨ ਜਿਹੜੀ ਇੱਥੇ ਵਧੀ ਹੋਈ ਹੈ। ਉਹ ਰਹਿੰਦਾ ਖੁੰਦਾ ਜਿਹੜੇ ਇੱਥੋਂ ਦੇ ਮੰਤਰੀ ਇਹਨਾਂ ਦਾ ਫੌਜਾ ਸਿੰਘ ਸਰਾਰੀ, ਉਹਨੂੰ ਤਾਂ ਪਹਿਲਾਂ ਮੰਤਰੀ ਨੂੰ ਤਾਂ ਬੜੀ ਛੇਤੀ ਇਹਨਾਂ ਨੇ ਮਤਲਬ ਅਰੈਸਟ ਕਰ ਲਿਆ ਸੀ। ਤੇ ਹੁਣ ਕੀ ਹੋ ਗਿਆ? ਫੌਜਾ ਸਿੰਘ ਸਰਾਰੀ ਬਾਰੇ ਸਾਨੂੰ ਇਹਨੂੰ ਪਤਾ, ਉਹਦੀ ਰਿਕਾਰਡਿੰਗ ਬਾਹਰ ਤੁਰੀਆਂ ਫਿਰਦੀਆਂ। ਹੋਰ ਇਹਨਾਂ ਦਾ ਮਤਲਬ ਦਿੱਲੀ ਵਾਲਾ ਜਿਹੜਾ ਮੰਤਰੀ ਉਹ ਤਾਂ ਜੇਲ੍ਹ 'ਚ ਬੈਠਾ ਮਲਸ਼ਾਂ ਕਰਾਈ ਜਾਂਦਾ, ਉਹ ਅਜੇ ਮੰਤਰੀ ਹੈ। ਤੇ ਫਿਰ ਉਦੋਂ ਬਾਅਦ ਮਤਲਬ ਸੋਚਣ ਦੀ ਲੋੜ ਹੀ ਨਹੀਂ ਵੀ ਫੌਜਾ ਸਿੰਘ ਸਰਾਰੀ ਨੂੰ ਕਿਉਂ ਲਾਉਣਗੇ। ਜੇ ਇੱਕ ਮਤਲਬ ਮੰਤਰੀ ਥੋੜ੍ਹਾ ਜੇਲ੍ਹ 'ਚ ਬੈਠਾ ਹੈ ਤੇ ਉਹ ਵੀ ਮਿਨਿਸਟਰ ਹੈ ਅੱਜ ਦੀ ਡੇਟ ਦੇ ਵਿੱਚ, ਤੇ ਫਿਰ ਇੱਦਾਂ ਦਾ ਕਿਰਦਾਰ ਜਿਹੜੇ ਹੈਗੇ ਅਸਲੀ ਦਿਖਾਈ ਦਿੰਦੇ ਆ। ਬਹੁਤ ਸਟੇਟ ਦੇ ਵਿੱਚ ਸਰਕਾਰ ਦੀ ਹਾਲਤ ਜਿਹੜੀ ਬਹੁਤ ਮਾੜੀ ਹੈ, ਸਾਰੇ ਪੱਖਾਂ ਤੋਂ ਬਹੁਤ ਵੱਡਾ ਫੇਲਰ ਹੈ। ਉਲਟਾ ਜਾ ਕੇ ਮਤਲਬ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਜਾਂ ਐਡਵਰਟਾਈਜ਼ਮੈਂਟ ਦਾ ਸਹਾਰਾ ਲੈ ਕੇ ਦਿਖਾਉਣਾ ਚਾਹੁੰਦੇ ਲੋਕਾਂ ਨੂੰ। ਉਹ ਸਮਾਂ ਜਿਹੜਾ ਹੈਗਾ ਸੋਸ਼ਲ ਮੀਡੀਆ ਹਰ ਟਾਈਮ ਹਰ ਗੱਲ ਨੂੰ ਕੱਟ ਦਿੰਦਾ। ਗੁਜਰਾਤ ਦੇ ਵਿੱਚ ਵੀ ਜਾ ਕੇ ਜੋ ਝੂਠ ਮਾਰਦੇ ਫਿਰਦੇ ਆ, ਉਹਦੇ ਮਗਰ ਵੀ ਲੋਕ ਤੁਰੇ ਫਿਰਦੇ ਆ। ਇਹ ਸਾਰਾ ਫੇਲੀਅਰ ਤੁਹਾਨੂੰ ਕੀ ਲੱਗਦਾ ਕਿ ਬੇਵੱਸ ਨੇ ਮੁੱਖ ਮੰਤਰੀ ਭਗਵੰਤ ਮਾਨ, ਜਾਂ ਫਿਰ ਸਾਰੇ ਦੇ ਸਾਰੇ ਹੀ ਲਾਣਾ ਇੱਕੋ ਤਕੜੀ 'ਚ ਤੋਲਦੇ ਹੋ ਤੁਸੀਂ ਵੀ ਸਾਰੇ ਇੱਕੋ ਨਾਲ ਦੇ? ਦੋਨੋਂ ਗੱਲਾਂ ਹੀ ਹੈ ਜੀ। ਬੇਵੱਸ ਵੀ ਹੋ ਸਕਦੇ ਆ, ਲਾਣਾ ਇੱਕੋ ਤਕੜੀ ਦਾ ਵੀ ਹੋ ਸਕਦਾ। ਹੁਣ ਆਪਾਂ ਇਹਨਾਂ ਦੇ ਵਿੱਚ ਹੋਈਏ ਤਾਂ ਦੇਖੀਏ ਨਾ, ਚੀਜ਼ਾਂ ਜੋ ਦਿਖਾਈ ਦਿੰਦੀਆਂ ਉਹ ਤਾਂ 2 ਗੱਲਾਂ ਦਿਖਾ ਤੁਹਾਡੇ ਕੋਲ। ਬਾਡੀ ਲੈਂਗੁਏਜ ਤਾਂ ਦੱਸਦੀ ਹੈ ਨਾ, ਕੁਛ ਤਾਂ ਤੁਸੀਂ ਅੰਦਾਜ਼ਾ ਲਾਇਆ ਹੋਣਾ ਕਿ ਨਹੀਂ ਇੱਥੇ ਕੰਮ ਕਰਨਾ ਚਾਹੁੰਦੇ ਆ ਪਰ ਉਹ ਨਹੀਂ ਕਰਨ ਦਿੰਦੇ। ਬੋਡੀ ਲੈਂਗੁਏਜ ਦੇਖੋ, ਬੋਡੀ ਲੈਂਗੁਏਜ ਵੀ ਤਾਂ ਮਤਲਬ ਕਿਸੇ ਬੰਦੇ ਦੇ ਕਰੈਕਟਰ ਨਾਲ ਹੁੰਦੀ ਹੈ ਨਾ। ਬੋਡੀ ਲੈਂਗੁਏਜ ਵੀ ਕਿਸੇ ਮਤਲਬ ਕਿਸੇ ਬੰਦੇ ਦਾ ਬਹੁਤ ਵੱਡਾ ਕੱਦ ਹੁੰਦਾ ਉੱਚਾ, ਉਦੋਂ ਦੇਖਿਆ ਜਾਂਦਾ। ਭਗਵੰਤ ਮਾਨ ਹੋਰਾਂ ਨੇ ਮਤਲਬ ਇੱਕ ਆਰਟਿਸਟ ਸੀਗੇ ਆਪਣੇ, ਉਹ ਵੀ ਮਤਲਬ ਕਾਮੇਡੀਅਨ, ਤੇ ਉਹਦੇ ਵਿੱਚੋਂ ਮਤਲਬ ਉਸ ਆਰਟ ਨੂੰ ਛੱਡ ਕੇ ਅੱਜ ਜੇ ਉਹ ਇੱਕ ਐਡੀ ਵੱਡੀ ਪਰਮਾਤਮਾ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ, ਤਾਂ ਉਹਦੇ ਵਾਸਤੇ ਤਾਂ ਯੂਕਰੇਨ ਦੇ ਵਿੱਚ ਵੀ ਤਾਂ ਤੁਸੀਂ ਦੇਖ ਸਕਦੇ ਹੋ ਉਹ ਕਾਮੇਡੀਅਨ ਹੈਗੇ ਹੈ। ਪਰ ਡਿਫਰੈਂਟ ਨੂੰ ਦੇਖਣਾ ਪੈਂਦਾ, ਉਹ ਚੀਜ਼ਾਂ ਛੱਡਣੀਆਂ ਪੈਂਦੀਆਂ। ਸੋ ਮੈਂ ਪਰਸਨਲ ਬਹੁਤਾ ਜਾਣਾ ਨਹੀਂ ਚਾਹੁੰਦਾ ਹੁੰਦਾ, ਪਰ ਕੋਈ ਵੀ ਕਿਰਦਾਰ ਜਿਹੜਾ ਭਗਵੰਤ ਮਾਨ ਨੇ ਇਹੋ ਜਿਹਾ ਦਿਖਾਇਆ ਨਹੀਂਗਾ ਕਿ ਆਉਣ ਵਾਲੇ ਸਮੇਂ ਵਿੱਚ ਉਹਦੇ ਬਾਰੇ ਸੋਚਿਆ ਜਾ ਸਕੇ। ਐਡੀ ਵੱਡੀ ਜ਼ਿੰਮੇਵਾਰੀ ਉਹਨੂੰ ਪੁਰਾਣਾ ਕੋਈ ਜਬ ਤਪ ਕਰਨ ਕਰਕੇ ਮਿਲੀ ਹੈ। ਇਸ ਲਾਈਫ ਦੇ ਵਿੱਚ ਤਾਂ ਕੋਈ ਵੇਖਿਆ ਜਾਵੇ ਕੋਈ ਨਾ ਤਾਂ ਉਹਦਾ ਕੋਈ ਪਹਿਲਾਂ ਸੀਗਾ। ਹੁਣ CM ਬਣੇ ਨੂੰ 7 ਮਹੀਨੇ ਹੋ ਗਏ, ਪਹਿਲਾਂ ਲੋਕ ਕਹਿੰਦੇ ਸੀ ਮਹੀਨਾ ਵੇਖ ਲਓ ਜੀ, 6 ਮਹੀਨੇ ਵੇਖ ਲਓ ਜੀ। ਸਾਰਾ ਕੁਝ ਜਿਵੇਂ ਜਿਵੇਂ ਦਿਨ ਟੱਪਦੇ ਜਾਂਦੇ ਉਵੇਂ ਹਾਲਾਤ ਹੋਰ ਥੱਲੇ ਤੁਰੇ ਜਾਂਦੇ ਆ, ਕਿਉਂਕਿ ਸਾਨੂੰ ਤਾਂ ਭਗਵੰਤ ਮਾਨ ਹੀ ਦੱਸਦਾ, ਪਰ ਪਿੱਛੇ ਤਾਂ ਕੇਜਰੀਵਾਲ ਹੀ ਹੈ ਇਹਦੇ। ਤੇ ਮੈਂ ਬਹੁਤ ਥਾਵਾਂ 'ਤੇ ਕਹਿੰਦਾ ਹੁੰਦਾ ਵੀ ਭਗਵੰਤ ਮਾਨ ਨੂੰ ਤਾਂ ਐਵੇਂ ਅਸੀਂ ਬਿਲਕੁਲ ਜਿਹੜਾ ਕਿ ਕਮਜ਼ੋਰ ਆਦਮੀ ਹੈ ਉਹਨੂੰ ਨਿੰਦੀਏ ਨਾ, ਉਹਦੇ ਬਾਰੇ ਮਾੜਾ ਬੋਲੀਏ, ਉਹਦੀ ਕੋਈ ਬਹੁਤੀ ਵੈਲਿਊ ਨਹੀਂ। ਅਸਲ ਦੇ ਵਿੱਚ ਜਿਹੜਾ ਮਤਲਬ ਦੁਸ਼ਮਣੀ ਕੋ ਸਟੇਟ ਨਾਲ ਕਰ ਰਿਹਾ ਉਹ ਕੇਜਰੀਵਾਲ ਕਰ ਰਿਹਾ। ਕੇਜਰੀਵਾਲ ਨੇ ਪੂਰੀ ਜਿਹੜੀ ਆਪਣੀ ਡਿਕਟੇਟਰਸ਼ਿਪ ਚਲਾਈ ਹੋਈ ਹੈ। ਜੋ MLA ਮੰਤਰੀ ਇਹਨਾਂ ਦਾ ਉੱਥੇ ਜਾ ਕੇ ਜੁੱਤੀਆਂ 'ਚ ਪਾਣੀ ਪੀਂਦਾ, ਜਾ ਕੇ ਉੱਥੋਂ ਹੁਕਮ ਲੈਂਦਾ, ਉਹਦੇ ਮੁਤਾਬਕ ਕਾਰਵਾਈ ਹੁੰਦੀ ਹੈ। ਅਤੇ ਭਗਵੰਤ ਮਾਨ ਤਾਂ ਮੈਂ ਸਮਝਦਾ ਕਿ ਇੱਕ ਨਾਮ ਦਾ ਮੁੱਖ ਮੰਤਰੀ ਹੈ, ਅਤੇ ਉਹਦੇ ਤੋਂ ਮਤਲਬ ਬਹੁਤੀ ਉਮੀਦ ਵੀ ਆਪਾਂ ਕੀ ਕਰ ਸਕਦੇ। ਸਟੇਟ ਦੇ ਲਾਅ ਐਂਡ ਆਰਡਰ 'ਤੇ ਬਹੁਤ ਚਰਚਾ ਹੋ ਰਹੀ ਹੈ ਅੱਜ ਕੱਲ੍ਹ। ਵੱਡੇ ਵੱਡੇ ਕਤਲੋਗਾਰਤ ਹੋ ਗਏ, ਕਾਂਡ ਹੋ ਗਏ, ਜਾਂ ਫਿਰ ਵੱਡਾ ਕੋਈ ਹੋਰ ਸਿਸਟਮ ਹੋ ਗਿਆ ਜਿਸ ਦੇ ਵਿੱਚ ਸਿੱਟ ਵੀ ਬਣ ਗਈ। ਸਿੱਟ ਬਾਰੇ ਆਮ ਤੌਰ 'ਤੇ ਕਿਹਾ ਜਾਂਦਾ ਕਿ ਸਿੱਟ ਦਾ ਮਤਲਬ ਹੀ ਸਿੱਟ ਹੁੰਦਾ ਕਿ ਮਸਲਾ ਸਿੱਟ ਦਿਓ ਜਾਂ ਠੰਡੇ ਬਸਤੇ 'ਚ ਪਾ ਦਿਓ। ਪਰ ਜਿਹੜੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਗੱਲ, ਜਾਂ ਇਸ ਨੂੰ ਸੰਭਾਲਣ ਦੀ ਗੱਲ, ਜਾਂ ਗਨ ਕਲਚਰ ਨੂੰ ਵੀ ਕਿਹਾ ਜਾ ਰਿਹਾ ਜਿਵੇਂ ਦਾ ਨੋਟੀਫਿਕੇਸ਼ਨ ਆਇਆ, ਇਹਨਾਂ ਸਾਰੀਆਂ ਗੱਲਾਂ ਬਾਰੇ ਤੁਹਾਡੀ ਕੀ ਰਾਏ ਆ? ਕਿ ਉਹ ਗਨ ਕਲਚਰ ਨੂੰ ਰੋਕਣ ਲਈ ਵੀ 2 ਧਿਰਾਂ ਬਣ ਗਈਆਂ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦਾ ਖਾਲਸਾ ਵਹੀਰ, ਇਹ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਵੇਖਿਆ ਜਾ ਰਿਹਾ ਕਿ ਮਾਹੌਲ ਖਰਾਬ ਕਰ ਰਿਹਾ। ਉਹ ਕਹਿੰਦੇ ਆ ਕਿ ਉਹ ਖਰਾਬ ਕਰਨਾ ਚਾਹੁੰਦੇ, ਉਹ ਕਹਿੰਦੇ ਉਹ ਕਰਨਾ ਚਾਹੁੰਦੇ ਆ। ਖਰਾਬ ਕਰਨਾ ਕੌਣ ਚਾਹੁੰਦਾ ਤੇ ਠੀਕ ਕਿੱਦਾਂ ਹੋਊ?
ਦੇਖੋ ਜੀ, ਖਰਾਬ ਤਾਂ ਜਿਹੜਾ ਕਰਨਾ ਚਾਹੁੰਦੀਆਂ ਤਾਕਤਾਂ ਹੈਗੀਆਂ ਉਹ ਵੀ ਸਭ ਨੂੰ ਪਤਾ ਹੈਗਾ। ਜਿਹੜਾ ਪੰਜਾਬ ਦੇ ਅਗਾਂ ਇਲੈਕਸ਼ਨ ਦੇਗਾ, ਅਗਲੇ ਮਾਹੌਲ ਹੋਣੇ ਆ, MP ਦਾ ਇਲੈਕਸ਼ਨ ਆਉਣਾ ਹੈ ਜਾਂ ਵੋਟਾਂ ਦੀ ਜਿਹੜੀ ਪੋਲਰਾਈਜੇਸ਼ਨ ਹੈ, ਇਹਨਾਂ ਗੱਲਾਂ ਨਾਲ ਹੀ ਕੀਤੀ ਜਾਂਦੀ ਹੁੰਦੀ। ਹਰ ਵਾਰੀ ਕੋਈ ਨਵੀਂ ਗੱਲ ਨਹੀਂ ਹੈਗੀ। ਇਸ ਤਰ੍ਹਾਂ ਹੀ ਮਾਹੌਲ ਬਾਰਡਰ ਸਟੇਟ ਆ, ਸਾਨੂੰ ਬੜੀ ਪ੍ਰੋਬਲਮ ਹੈ, ਪਹਿਲਾਂ ਵੀ ਫੇਸ ਕਰਨੀਆਂ ਪੈ ਰਹੀਆਂ। ਲਾਇਸੈਂਸਾਂ ਦੀ ਤੁਸੀਂ ਗੱਲ ਕਰਦੇ ਹੋ, ਮੈਨੂੰ ਬੜਾ ਹਾਸਾ ਆਉਂਦਾ। ਅੱਜ ਕੱਲ੍ਹ ਲਾਇਸੈਂਸ ਜਿਹੜੇ ਹੈਗੇ ਆ, ਲੋਕਾਂ ਦੇ ਲਾਇਸੈਂਸ ਹਥਿਆਰਾਂ ਨੂੰ ਚੈੱਕ ਕੀਤਾ ਜਾ ਰਿਹਾ। ਕ੍ਰਾਈਮ ਲਾਇਸੈਂਸ ਹਥਿਆਰਾਂ ਨਾਲ ਹੋ ਰਿਹਾ। ਸਿੰਪਲ ਗੱਲ ਹੈ, ਉਹ ਤਾਂ ਨਜਾਇਜ਼ ਹਥਿਆਰਾਂ ਨਾਲ ਹੋ ਰਿਹਾ। ਨਜਾਇਜ਼ ਹਥਿਆਰ ਭਾਵੇਂ ਬਾਰਡਰ ਤੋਂ ਆ ਰਹੇ ਹੈ, ਭਾਵੇਂ ਕੋਈ ਹੋਰ ਸਮਗਲਿੰਗ ਕਰ ਰਹੀ ਹੈ, ਇਹਦਾ ਕੰਮ ਚੈੱਕ ਕਰਨਾ ਏਜੰਸੀਆਂ ਨੇ। ਉਹ ਵੀ ਏਜੰਸੀਆਂ ਕਿਹੜੀਆਂ? ਸੈਂਟਰ ਦੀਆਂ ਏਜੰਸੀਆਂ, ਜਿਹੜਾ ਵੱਡਾ ਰੋਲ ਹੁੰਦਾ ਹੈ ਬਾਰਡਰਾਂ 'ਤੇ ਨਿਗਾਹ ਕਰਨੀ। ਅਤੇ ਉਹ ਤਾਂ ਸਾਡਾ ਕਾਂਡਲਾ ਪੋਰਟ ਹੈਗੀਆਂ, ਹੋਰ ਹੈਗੀਆਂ, ਪਾਕਿਸਤਾਨ ਵਾਲਾ ਪਾਸਾ ਹੈਗਾ, ਉੱਥੋਂ ਵੈਪਨ ਸ਼ਰੇਆਮ ਆ ਰਹੇ ਹੈ। ਮੂਸੇਵਾਲੇ ਦੇ ਕੇਸ ਵਿੱਚ ਤੁਹਾਡੇ ਖਿਆਲ 'ਚ ਗਿਆ ਅਸਾਲਟ ਚੱਲੀ ਸੀ, ਬਹੁਤ ਵੱਡਾ ਵੈਪਨ ਚੱਲਿਆ ਸੀਗਾ, ਐਂਟੀ ਬੁਲਟ ਪ੍ਰੂਫ ਗਨ ਚੱਲੀ ਸੀ। ਉਹ ਤੋਂ ਬਾਅਦ ਉਹਦਾ ਕਿਸੇ ਨੇ ਭੋਗ ਹੀ ਨਹੀਂ ਪਾਏਗਾ। ਤਾਂ ਇਸ ਕਰਕੇ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਜਿਹਦੀ ਕੋਈ ਵੈਲਿਊ ਨਹੀਂ ਹੈਗੀ। ਲਾਇਸੈਂਸ ਤੁਸੀਂ ਆਮ ਬੰਦੇ ਦਾ ਚੈੱਕ ਕਰ ਰਹੇ। ਮੈਂ ਪਿੱਛੇ ਵੇਖ ਰਿਹਾ ਸੀ DC ਪਟਿਆਲੇ ਨੇ ਇੰਨੇ ਲਾਇਸੈਂਸ ਕੈਂਸਲ ਕਰਦੇ ਤੇ ਉਹਨੂੰ ਬੜਾ ਐਪਰੀਸ਼ੀਏਟ ਕੀਤਾ ਜਾ ਰਿਹਾ। ਉਹ ਜੇ ਲੋਕਾਂ ਨੂੰ ਤੁਸੀਂ ਮਤਲਬ ਲਾਇਸੈਂਸ ਦਿੱਤੇ ਆ, ਉਹਨੂੰ ਜ਼ਰੂਰਤ ਸਮਝ ਕੇ ਦਿੱਤੇ ਆ, ਆਪਾਂ ਵੈਰੀਫਾਈ ਕਰਕੇ ਦਿੰਦੇ ਨਾ ਵੀ ਇਹਨੂੰ ਲੋੜ ਹੈ ਤਾਂ ਹੀ ਦੇ ਰਹੇ ਹਾਂ। ਤਾਂ ਲਾਇਸੈਂਸ ਦਿੰਦੇ ਨਹੀਂ ਤੇ ਫਿਰ ਬਿਨਾਂ ਗੱਲ ਤੋਂ ਤੁਸੀਂ ਉਹਨੂੰ ਕਿਵੇਂ ਕੈਂਸਲ ਕਰ ਦਿੰਦੇ ਹੋ? ਇਹਨੂੰ ਤਾਂ ਨੋਟਿਸ ਤੱਕ ਕੱਢੇਗੇ ਕਿ ਦੱਸੋ ਤੁਹਾਨੂੰ ਲੋੜ ਕਿਉਂ ਹੈ ਉਸ ਹਥਿਆਰ ਦੀ, ਲਾਇਸੈਂਸੀ ਹਥਿਆਰ ਦੀ। ਇਹ ਜਿਹੜਾ ਜਦੋਂ ਲਾਇਸੈਂਸ ਬਣਦਾ ਉਹਦੇ ਵਿੱਚ ਲਿਖਿਆ ਹੁੰਦਾ ਕੀ ਹੁੰਦਾ, ਉਹ ਭਰਿਆ ਹੁੰਦਾ ਉਹਨਾਂ ਨੇ ਵੀ ਮੈਨੂੰ ਕਿਉਂ ਲੋੜ ਹੈਗੀ ਹੈ। ਠੀਕ ਹੈ, ਤੇ ਉਸ ਕਰਕੇ ਦੁਬਾਰਾ ਪੁੱਛਣਾ ਤਾਂ ਇੱਕ ਹਾਸੋਹੀਣੀ ਗੱਲ ਹੈ ਨਾ। ਤਾਂ ਸੋ ਜੋ ਇਸ ਤਰ੍ਹਾਂ ਦੀ ਐਕਸਰਸਾਈਜ਼ ਚੱਲ ਰਹੀ ਹੈ, ਜਿਸ ਤਰ੍ਹਾਂ ਦੇ ਹੁਕਮ ਹੋ ਜਾਂਦੇ ਆ ਉੱਪਰੋਂ, ਤੇ ਉਹਦੇ ਮੁਤਾਬਕ ਉਹ ਜਿਹੜਾ ਥੱਲੇ ਵਾਲੇ ਅਫਸਰ ਉਹਨੂੰ ਮਤਲਬ ਉਹਨੂੰ ਉਸ ਤਰੀਕੇ ਨਾਲ ਕਰਵਾਉਣਾ ਸ਼ੁਰੂ ਕਰ ਦਿੰਦੇ ਵੀ ਜਿਵੇਂ ਜੋ ਕਿਹਾ ਉਹਨੂੰ ਇੰਨੇ ਬਿਨ ਪਾਲਣਾ ਕਰੀਏ। ਤਾਂ ਸੋ ਜੇ ਕੋਈ ਸਿਆਣਾ DC ਹੋਵੇ ਜਾਂ ਕੋਈ ਸਿਆਣਾ ਥੱਲੇ ਦਾ ਅਫਸਰ SSP ਹੋਵੇ, ਉਹ ਦੱਸ ਸਕਦਾ ਕਿ ਆਹ ਚੀਜ਼ਾਂ ਜਿਹੜੀਆਂ ਸਾਡੀਆਂ ਕਰਾਂਗੇ ਤੇ ਸਾਡਾ ਇਹਦਾ ਇੰਪੈਕਟ ਜਿਹੜਾ ਨੈਗੇਟਿਵ ਜਾਊਗਾ। ਤਾਂ ਬਾਕੀ ਤੁਸੀਂ ਲਾਇਸੈਂਸ ਦੇ ਵੀ ਤਾਂ ਰਹੇ ਹੋ। ਤੁਸੀਂ ਅੰਮ੍ਰਿਤਪਾਲ ਹੋਰਾਂ ਦੀ ਗੱਲ ਕੀਤੀ ਹੈ, ਉਹਨਾਂ ਕੋਲ ਕਿੰਨੇ ਲਾਇਸੈਂਸ ਨਵੇਂ ਤਾਂ ਇਸ਼ੂ ਹੋਏ ਹੋਏ। ਤਾਂ ਪਿੱਛੇ ਮਾਲਵਿੰਦਰ ਮਾਲੀ ਹੋਰਾਂ ਦੀ ਪੋਸਟ ਮੈਂ ਵੇਖ ਰਿਹਾ ਸੀਗਾ, ਉਹ 'ਚ ਉਹਨਾਂ ਨੇ ਲਿਖਿਆ ਹੋਇਆ ਸੀ ਵੀ ਕੀ ਇਹ ਲਾਇਸੈਂਸ ਲੈਣ ਲੱਗਿਆ ਤੁਸੀਂ ਲਿਖਿਆ ਵੀ ਅਸੀਂ ਗੁਲਾਮ ਹੈ, ਕਿਉਂਕਿ ਗੁਲਾਮ ਕਹਿੰਦੇ ਨਾ ਆਪਣੇ ਆਪ ਨੂੰ, ਸਿੱਖ ਗੁਲਾਮ ਹੈ ਵੀ। ਉਹਦੇ 'ਚ ਲਿਖਿਆ ਸੀ ਵੀ ਜਿਹੜੀ ਇਹ ਲੜਾਈ ਅਸੀਂ ਹੁਣ ਸਟੇਟ ਨਾਲ ਕਰਾਂਗੇ, ਇਹਨਾਂ ਹਥਿਆਰਾਂ ਨਾਲ ਕੋਈ ਇਹੋ ਜਿਹਾ ਦਿੱਤਾ। ਤਾਂ ਇਸ ਕਰਕੇ ਲਾਇਸੈਂਸ ਦਿੱਤੇ ਵੀ ਜਾ ਰਹੇ ਹੈ, ਦਿੱਤੇ ਵੀ ਉਹਨਾਂ ਨੂੰ ਜਾ ਰਹੇ, ਜਿਹੜੇ ਸਟੇਟ ਦੇ ਖਿਲਾਫ ਵੀ ਬੋਲ ਰਹੇ ਹੈ। ਇਹਦੇ ਪਿੱਛੇ ਹੁਣ ਸਾਜ਼ਿਸ਼ਾਂ ਹੀ ਆ ਸਾਰੀਆਂ, ਇਹਨੂੰ ਜਿਵੇਂ ਮਰਜ਼ੀ ਕਹਿ ਲਿਓ। ਮੈਂ ਹਰ ਵਾਰੀ ਆਪਣੀ ਗੱਲ 'ਚ ਕਰਦਾ ਹੁੰਦਾ। ਕੁੱਕੀ ਗਿੱਲ ਹੋਰੀ ਬੜਾ ਖੁੱਲ੍ਹ ਕੇ ਬੋਲਦੇ ਹੈਗੇ, ਮਾਲਵਿੰਦਰ ਮਾਲੀ ਹੋਰੀ ਬਹੁਤ ਇਸ ਬਾਰੇ ਖੁੱਲ੍ਹ ਕੇ ਬੋਲਦੇ ਆ, ਕੁਛ ਇਹਨਾਂ ਦੇ ਹੱਕ 'ਚ ਵੀ ਬੋਲਦੇ ਆ। ਜਮੇਰ ਸਿੰਘ ਵਰਗੇ ਇੱਥੇ ਸਿੱਖ ਚਿੰਤਕ ਲਿਖਦੇ, ਜਿਹੜੇ ਪਹਿਲਾਂ ਅੱਗਾ ਲਾਉਣ ਵਾਸਤੇ ਬੈਠੇ ਆ, ਜਿਨ੍ਹਾਂ ਨੇ ਅੱਤਵਾਦ ਦੇ ਵਿੱਚ ਵੀ ਪਤਾ ਨਹੀਂ ਡਾਕਿਆਂ ਡੁਕਿਆਂ ਨਾਲ ਕੀ ਕੁਛ ਇਕੱਠਾ ਕਰਕੇ ਇੱਥੇ ਫਾਰਮ ਹਾਊਸ ਬਣਾਏ ਹੋਏ ਵੱਡੇ ਵੱਡੇ, ਤੇ ਅੱਜ ਮਤਲਬ ਇਸ ਘੋਲ ਦੀ ਜਿਹੜੀ ਹੈਗੀ ਆ ਪਿੱਛੇ ਬੈਕ 'ਤੇ ਖੜ੍ਹ ਕੇ ਉਹਨੂੰ ਮਤਲਬ ਹਵਾ ਦੇ ਰਹੇ ਤਾਂ ਕਿ ਪੰਜਾਬ ਜਿਹੜੀ ਅੱਗ ਬਹੁਤ ਵੱਡੀ ਜਿਹੜੀ ਹੋਰ ਆਉਣ ਵਾਲੇ ਸਮੇਂ 'ਚ ਬਲੇ। ਸੋ ਵੱਖਰੇ ਵੱਖਰੇ ਲੋਕ ਆਪਣੇ ਆਪਣੇ ਕਿਰਦਾਰ ਵਿਖਾ ਰਹੇ ਆ। ਕੁੱਲ ਮਿਲਾ ਕੇ ਸਟੇਟ ਦਾ ਇਹਦੇ 'ਚ ਨੁਕਸਾਨ ਆਉਣ ਵਾਲੇ ਸਮੇਂ ਵਿੱਚ ਖਾਸ ਤੌਰ 'ਤੇ ਨੌਜਵਾਨੀ ਦਾ ਹੋਊਗਾ, ਜੇ ਇਹਦੇ 'ਚ ਆਪਾਂ ਜਿਹੜੇ ਬੁੱਧੀਜੀਵੀ ਲੋਕ ਜਿਹੜੇ ਹੈਗੇ, ਜਿਹੜੇ ਇੱਥੇ ਵੱਖ ਥਾਵਾਂ 'ਤੇ ਇਕੱਠੇ ਹੋ ਕੇ ਸਿਰ ਜੋੜ ਕੇ ਵਿਚਾਰਾਂ ਕਰਦੇ ਆ ਤੇ ਫਿਰ ਅਗਲੀ ਵਿਚਾਰ ਕਰਨ ਵਾਸਤੇ ਅਗਾਂਹ ਅਲੱਗ ਹੋ ਜਾਂਦੇ ਆ, ਫਿਰ ਅਗਲੀ ਵਿਚਾਰ ਕਰਦੇ, ਫਿਰ ਅਗਲੀ ਵਿਚਾਰ ਕਰਦੇ। ਕਈ ਸਾਲਾਂ ਤੋਂ 20-25 ਸਾਲਾਂ ਤੋਂ ਵਿਚਾਰਾਂ ਹੀ ਕਰੀ ਜਾਂਦੇ ਆ। ਮੈਂ ਗਿਆ ਸੀ ਪਿੱਛੇ ਜੇ ਪੁੱਛਿਆ ਵੀ ਸੀ, ਪਰ ਇਸ ਤੋਂ ਅੱਗੇ ਅਗਾਂਹ ਚੱਲਦੇ ਨਹੀਂ ਹੈ। ਅਤੇ ਜੇ ਉਹਨਾਂ ਦੀ ਵਿਚਾਰਾਂ ਐਵੇਂ ਰਹੀਆਂ ਤਾਂ ਫਿਰ ਸਟੇਟ ਦਾ ਜਿਹੜੀ ਹਾਲਤ ਆਉਣ ਵਾਲੇ ਸਮੇਂ ਜਿਹੜੀ ਦਿਖਾਈ ਦੇ ਰਹੀ ਹੈ ਸਾਹਮਣੇ ਆਪਣੇ। ਜੀ ਬਹੁਤ ਸ਼ੁਕਰੀਆ ਜੀ। ਇਸ ਨੂੰ ਸਾਡੇ ਨਾਲ ਸਾਬਕਾ DSP ਬਲਵਿੰਦਰ ਸਿੰਘ ਸੇਖੋਂ, ਜਿਨ੍ਹਾਂ ਦੇ ਕੋਲੋਂ ਅਸੀਂ ਉਹ ਜਾਣਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹਨਾਂ ਦਾ ਇੱਕ ਗਿਲਾ ਸ਼ਿਕਵਾ ਰਹਿੰਦਾ ਕਿ ਅਫਸਰਾਂ ਨੂੰ ਜਿਸ ਤਰੀਕੇ ਦੇ ਨਾਲ ਜਿਹੜੇ ਫਸਦੇ ਨੇ ਉਹਨਾਂ ਨੂੰ ਉਸ ਤਰੀਕੇ ਨਾਲ ਪੁੱਛਿਆ ਵੀ ਨਹੀਂ ਜਾਂਦਾ, ਔਰ ਉਸ ਨੂੰ ਪੁੱਛਣ ਦੇ ਲਈ ਇੱਕ ਦੂਜੇ ਨੂੰ ਅਫਸਰ ਬਚਾਉਂਦੇ ਵੀ ਨੇ। ਅਤੇ ਸਿਆਸਤਦਾਨਾਂ ਦਾ ਕੀ ਰੋਲ ਹੈ, ਇਹ ਸਾਰੀਆਂ ਗੱਲਾਂ ਕੀਤੀਆਂ ਨੇ। ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਫ਼ਰਕ ਕਿੰਨਾ ਪੈਂਦਾ। ਗੱਲ ਉਦੋਂ ਮੁੱਕਣੀ ਹੈ ਜਦੋਂ ਫ਼ਰਕ ਪੈਣਾ ਸ਼ੁਰੂ ਹੋਵੇਗਾ ਔਰ ਫ਼ਰਕ ਵੀ ਸਹੀ ਦਿਸ਼ਾ ਵੱਲ ਪਵੇ। ਫਿਲਹਾਲ ਇਸ ਦੀ ਮੁਲਾਕਾਤ ਵਿੱਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।